ਸਾਹਿਬ ਜੀ। ਨਾਟ ਮਹਲਾ ਚੌਥਾ। ਰਾਮ ਗੁਰ ਸਰਨ ਪ੍ਰਭੂ ਰਖਵਾਰੇ। ਜੋ ਕੁੰਚਰ ਤਦੁਐ ਪਕਰ ਚਲਾਇਓ। ਕਰ ਉਪਰ ਕੱਢ ਨਿਸਤਾਰੇ। ਰਾਮ ਗੁਰ ਸਰਨ ਪ੍ਰਭੂ ਰਖਵਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੀ ਪਿਆਰੀ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠ ਕਰਕੇ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਕੱਲ ਸ਼ਬਦ ਪ੍ਰਾਰੰਭ ਹੋਇਆ ਸੀ ਨਟ ਮਹੱਲਾ ਚੌਥਾ। ਰਾਮ ਹੇ ਭਾਈ ਗੁਰ ਸਰਨ ਪ੍ਰਭੂ ਰਖਵਾਰੇ। ਜੋ ਗੁਰੂ ਸਾਹਿਬ ਜੀ ਦੀ ਓਟ ਵਿੱਚ ਆਏ ਹਨ ਉਹਨਾਂ ਦੀ ਪਰਮੇਸ਼ਰ ਇਉਂ ਰੱਖਿਆ ਕਰਨ ਵਾਲਾ ਹੈ। ਜਿਉਂ ਕੁੰਚਰ ਤਦੁਐ ਪਕੜ ਚਲਾਇਓ। ਜਿਵੇਂ ਹਾਥੀ ਨੂੰ ਤੰਦੂਏ ਨੇ ਪਕੜ ਕੇ ਡੂੰਘੇ ਪਾਣੀ ਵੱਲ ਚਲਾ ਲਿਆ ਸੀ। ਭਾਵ ਤੰਦੂਆ ਤਾਰਾਂ ਨਾਲ ਖਿੱਚ ਕੇ ਡੂੰਘੇ ਪਾਣੀ ਵਿੱਚ ਲੈ ਗਿਆ ਸੀ। ਕਰ ਉੱਪਰ ਕੱਢ ਨਿਸਤਾਰੇ। ਉਸ ਵੇਲੇ ਹੱਥ ਪਰ ਹੀ ਸੁੰਡ ਪਾਣੀ ਤੋਂ ਬਾਹਰ ਰਹੀ ਸੀ। ਉਸ ਵੇਲੇ ਪਰਮੇਸ਼ਰ ਨੇ ਉੱਪਰ ਉਪਰਾਲਾ ਕਰਕੇ ਹਾਥੀ ਨੂੰ ਤਾਰਨਾ ਕੀਤਾ ਸੀ। ਭਾਵ ਤੰਦੂਏ ਦੀਆਂ ਤਾਰਾਂ ਸੁਦਰਸ਼ਨ ਚੱਕਰ ਨਾਲ ਕੱਟ ਕੇ ਉਸ ਨੂੰ ਤੰਦੂਏ ਦੇ ਜਕੜਬੰਦ ਵਿੱਚੋਂ ਬਚਾ ਲਿਆ ਸੀ। ਇੰਜ ਜਿਹੜਾ ਅਕਾਲ ਪੁਰਖ ਪਰਮਾਤਮਾ ਹੈ ਜੇ ਉਹਨੂੰ ਸੱਚੇ ਮਨੋਂ ਯਾਦ ਕਰਾਂਗੇ ਤਾਂ ਉਹ ਸਭਨਾਂ ਦੀ ਰੱਖਿਆ ਕਰਦਾ ਹੈ। ਇਸ ਤੋਂ ਅੱਗੇ ਰਹਾਓ ਵਿਸ਼ਰਾਮ ਦਿੱਤਾ ਸੀ ਮਹਾਰਾਜ ਨੇ। ਆਓ ਅਗਲੀ ਵਿਚਾਰ ਸ਼ਬਦ ਦੀ ਪ੍ਰਾਰੰਭ ਹੋ ਰਹੀ ਹੈ। ਪਿਆਰ ਨਾਲ ਸੁਣੋ ਜੀ। ਗੱਜ ਕੇ ਕਹਿ ਦੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਭ ਕੀ ਸੇਵਕ ਬਹੁਤ ਆਤਨੀਕੇ। ਓਹੋ ਪਰਮੇਸ਼ਰ ਦੇ ਸੇਵਕ ਦਾਸ ਬਹੁਤ ਅਤਿਅੰਤ ਜ਼ਿਆਦਾ ਅੱਛੇ ਉੱਤਮ ਹਨ। ਮਨ ਸਰਦਾ ਕਰ ਹਰ ਧਾਰੇ। ਜਿਹੜੇ ਆਪਣੇ ਮਨ ਹਿਰਦੇ ਵਿੱਚ ਸ਼ਰਧਾ ਵਿਸ਼ਵਾਸ ਕਰਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਾਰਦੇ ਵਸਾਉਂਦੇ ਹਨ। ਜਾਂ ਜੋ ਪਰਮੇਸ਼ਰ ਨੇ ਸ਼ਰਧਾ ਕਰਨ ਵਾਲੇ ਜਾਣ ਕੇ ਆਪਣੇ ਵਿੱਚ ਧਾਰਨ ਕਰ ਲਏ ਅਭੇਦ ਕਰ ਲਏ ਹਨ। ਮੇਰੇ ਪ੍ਰਭ हे भाई जो मेरा परमेश्वर अकाल पुरख वाहिगुरु है।
ਸਰਦਾ ਭਗਤ ਮਨ ਭਾਵੈ। ਉਸ ਦੇ ਮਨ ਵਿੱਚ, ਉਹਦੇ ਚਿੱਤ ਵਿੱਚ ਸ਼ਰਧਾ ਅਤੇ ਭਗਤੀ ਪਾਉਂਦੀ ਹੈ। ਜਨ ਕੀ ਪੈਜ ਸਵਾਰੀ। ਜੋ ਸ਼ਰਧਾ ਦੇ ਸਹਿਤ ਭਗਤੀ ਕਰਦੇ ਨੇ, ਉਹਨਾਂ ਗੁਰਮੁਖ ਜਨਾਂ ਦੀ ਪਰਮੇਸ਼ਰ ਪੈਜ ਪ੍ਰਤਕਿਆ ਸੰਵਾਰਦਾ ਹੈ। ਹਰ ਜੁਗ ਜੁਗ ਭਗਤੀ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਰਾਇਆ। ਅਹੰਕਾਰੀਆਂ ਨਿੰਦਕਾਂ ਬਿਠਦੇ, ਨਾਮ ਦੇਵ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਈ ਛੁਡਾਇਆ। ਹਰ ਹਰ ਸੇਵਕ ਸੇਵਾ ਲਾਗੈ। ਜਿਹੜੇ ਗੁਰਮੁਖ ਜਨ ਹਰੀ ਪਰਮੇਸ਼ਰ ਦੇ ਦਾਸ ਬਣ ਕੇ ਉਸ ਦੀ ਪ੍ਰੇਮਾ ਭਗਤੀ ਰੂਪ ਸੇਵਾ ਟਹਿਲ ਵਿੱਚ ਲੱਗੇ ਹਨ। ਸਭ ਦੇਖੈ ਬ੍ਰਹਮ ਪਸਾਰੇ। ਸੋ ਉਹ ਸਾਰੇ ਥਾਵਾਂ ਜਾਂ ਸਾਰੀਆਂ ਵਿੱਚ ਬ੍ਰਹਮ ਪਰਮੇਸ਼ਰ ਦਾ ਪਸਾਰਾ ਖਲਾਰਾ ਹੀ ਵੇਖਦੇ ਹਨ। ਏਕ ਪੁਰਖ ਇੱਕ ਨਜ਼ਰੀ ਆਵੈ। ਪੁਰਖ ਪਰਿਪੂਰਨ ਜੋ ਬ੍ਰਹਮ ਹੈ ਉਹ ਇੱਕੋ ਇੱਕ ਹੈ, ਇੱਕ ਓੰਕਾਰ। ਤੇ ਉਹ ਇੱਕ ਪੂਰਨ ਬ੍ਰਹਮ ਹੀ ਗੁਰਮੁਖ ਜਨਾਂ ਨੂੰ ਨਜ਼ਰੀ ਦ੍ਰਿਸ਼ਟੀ ਵਿੱਚ ਆਉਂਦਾ ਹੈ। ਸਭ ਏਕਾ ਨਦਰ ਨਿਹਾਰੇ। ਇਸੇ ਕਰਕੇ ਗੁਰਮੁਖ ਜਨ ਸਾਰਿਆਂ ਨੂੰ ਏਕਤਾ ਵਾਲੀ ਦ੍ਰਿਸ਼ਟੀ ਨਾਲ ਵੇਖਣਾ ਕਰਦੇ ਹਨ, ਜਾਂ ਸਾਰਿਆਂ ਨੂੰ ਆਪਣੀ ਦ੍ਰਿਸ਼ਟੀ ਨਾਲ ਇੱਕ ਬ੍ਰਹਮ ਦਾ ਸਰੂਪ ਹੀ ਵੇਖਣਾ ਕਰਦੇ ਨੇ। ਹਰ ਪ੍ਰਭ ਠਾਕੁਰ ਰਵਿਆ ਸਭ ਠਾਈ। ਜੋ ਪ੍ਰਭ ਸਮਰੱਥ ਹਰੀ ਪਰਮੇਸ਼ਰ ਠਾ ਉਤਪਤੀ ਕੋ ਪਾਲਣਾ ਰੋ ਲੈਤਾ ਕਰਨ ਵਾਲਾ ਹੈ। ਵਿਸ਼ਨੂੰ ਦੇ ਰੂਪ ਦੇ ਵਿੱਚ ਉਤਪਤੀ ਕਰਦਾ ਵਾਹਿਗੁਰੂ, ਬ੍ਰਹਮਾ ਦੇ ਰੂਪ ਦੇ ਵਿੱਚ ਉਤਪਤੀ ਕਰਦਾ, ਵਿਸ਼ਨੂੰ ਦੇ ਰੂਪ ਦੇ ਵਿੱਚ ਪਾਲਣਾ ਕਰਦਾ, ਤੇ ਰੁਦਰ ਸ਼ਿਵ ਜੀ ਦੇ ਰੂਪ ਦੇ ਵਿੱਚ ਲੈਤਾ ਕਰਨ ਵਾਲਾ ਹੈ। ਹਰ ਸਭ ਥਾਵਾਂ ਦੇ ਵਿੱਚ ਵਿਆਪਕ ਹੈ। ਸਭ ਤੇਰੀ ਜਗਤ ਸਮਾਰੇ। ਸਾਰਾ ਜਗਤ ਸੰਸਾਰ ਦਾਸੀ ਵਾਲਾ ਸੁਭਾਅ ਧਾਰ ਕੇ ਉਸ ਪਰਮੇਸ਼ਰ ਨੂੰ ਸੰਭਾਰੀ ਸੰਭਾਲਦਾ ਯਾਦ ਕਰਦਾ ਰਹਿੰਦਾ ਹੈ। ਜਾਂ ਸਾਰਾ ਜਗਤ ਚੇਰੀ ਦਾਸੀ ਭਾਵ ਮਾਇਆ ਨੂੰ ਸੰਭਾਲਣ ਵਿੱਚ ਲੱਗਾ ਹੋਇਆ ਹੈ। ਆਪ ਦਇਆਲ ਦਇਆ ਦਾਨ ਦੇਵੈ। ਉਹ ਦਿਆਲੂ ਪਰਮੇਸ਼ਰ ਆਪ ਮਿਹਰ ਦੀ ਦ੍ਰਿਸ਼ਟੀ ਕਰਕੇ ਸਭ ਨੂੰ ਰੋਜੀ ਨਾਮ ਆਦਿਕ ਦਾ ਦਾਨ ਦਿੰਦਾ ਹੈ। ਵਿੱਚ ਪਾਥਰ ਕੀਰੇ ਕਾਰੇ। ਜਿਹੜੇ ਪੱਥਰਾਂ ਦੇ ਵਿੱਚ ਕਾਲੇ ਕੀੜੇ ਜਾਂ ਸਭ ਤਰ੍ਹਾਂ ਦੇ ਕੀੜੇ ਪੈਦਾ ਕੀਤੇ ਹੋਏ ਨੇ, ਉਹਨਾਂ ਨੂੰ ਵੀ ਰੋਜੀ ਦਾ ਦਾਨ ਦਿੰਦਾ ਹੈ। ਜਿਵੇਂ ਦਮਦਮੀ ਟਕਸਾਲ ਦੇ 11ਵੇਂ ਮੁਖੀ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੇ ਧਾਰੀਵਾਲ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਧਾਰੀਵਾਲ ਨਹਿਰਾਂ ਦੇ ਪੁਲ ਦੇ ਨੇੜੇ ਜਦੋਂ ਪੱਥਰ ਤੋੜ ਰਹੇ ਮਜ਼ਦੂਰਾਂ ਦੇ ਪਾਸ ਰੌਲਾ ਪੈਂਦਾ ਸੁਣਿਆ ਤਾਂ ਲਾਗੇ ਜਾ ਕੇ ਇੱਕ ਪੱਥਰ ਵਿੱਚੋਂ ਕੀੜਾ ਨਿਕਲਿਆ ਵੇਖਿਆ ਤਾਂ ਉਸ ਨੂੰ ਮਹਾਂਪੁਰਖ ਕਹਿਣ ਲੱਗੇ, ਭਾਈ ਇਹ ਕੋਈ ਅਚਰਜ ਨਹੀਂ ਹੈ, ਇਹ ਸ਼ੱਕਰਕੋਰ ਕੀੜਾ ਹੈ ਜੋ ਪੱਥਰ ਦੇ ਵਿੱਚ ਰਹਿੰਦਾ ਹੈ, ਭੂਰੇ ਰੰਗ ਦਾ ਮਿੱਠਾ ਜਿਹਾ ਉਹਦੇ ਲਾਗੇ ਦਾਣੇ ਪਏ ਸੀ। ਮਹਾਂਪੁਰਖਾਂ ਨੇ ਮਜ਼ਦੂਰਾਂ ਨੂੰ ਕਿਹਾ, ਇਹਨਾਂ ਨੂੰ ਜ਼ਬਾਨ ਤੇ ਲਾ ਕੇ ਵੇਖੋ, ਉਸੀ ਸ਼ੱਕਰ ਜਿਵੇਂ ਘਲਾੜੀ ਦੀ ਸ਼ੱਕਰ ਕਿਸੇ ਨੇ ਰੱਖੀ ਹੋਵੇ, ਕਹਿੰਦੇ ਵੇਖ ਲਓ।
महाराज ने सही लिखिया है, सैल पत्थर में जानते हो पाए ता कार्य की आगे करते रहिया। आ वेख लो परमात्मा ने ही इन्हां नूं दिता है, नहीं तो इन्हें खुश्क पत्थर दे विच कोई रस्ता ही नहीं है। शक्कर कौन रख गया? ਸਿੰਘਾਂ ਨੂੰ ਨਿਸ਼ਚਾ ਕਰਾਇਆ ਸੀਗਾ ਗੁਰਬਾਣੀ ਦੇ ਉੱਪਰ। ਅੰਤਰਵਾਸ ਬਹੁਤ ਮੁਸਕਾਈ, ਜਿਵੇਂ ਹਿਰਨ ਦੀ ਨਾਭੀ ਦੇ ਵਿੱਚ ਕਸਤੂਰੀ ਦੀ ਖੁਸ਼ਬੂ ਬਹੁਤ ਸਾਰੀ ਮਹਿਕਦੀ ਹੈ। ਭਰਮ ਭੂਲਾ ਮਿਰਗ ਸਿੰਘਾਰੇ, ਸਿੰਘਾਰੇ ਪਰ ਉਸ ਵੇਲੇ ਸਿੰਘਾਂ ਵਾਲਾ ਜੋ ਮਿਰਗ ਹਿਰਨ ਹੈ ਭਰਮ ਦੇ ਵਿੱਚ ਹੀ ਭੁੱਲਿਆ ਫਿਰਦਾ ਰਹਿੰਦਾ ਹੈ। ਭਰਮ ਦੇ ਵਿੱਚ ਭੁੱਲਿਆ ਝਾੜੀਆਂ ਨੂੰ ਹੀ ਸਿੰਘਾਰੇ ਸੁੰਘਦਾ ਫਿਰਦਾ ਰਹਿੰਦਾ। ਇਸੇ ਪ੍ਰਕਾਰ ਅੰਤਰਵਾਸ ਬਹੁਤ ਮੁਸਕਾਈ, ਜੀਵ ਰੂਪੀ ਹਿਰਨ ਦੇ ਹਿਰਦੇ ਵਿੱਚ ਪਰਮੇਸ਼ਰ ਦੀ ਚੇਤਨ ਸੱਤਾ ਰੂਪ ਕਸਤੂਰੀ ਦੀ ਭਗਤੀ ਰੂਪ ਖੁਸ਼ਬੂ ਬਹੁਤ ਸਾਰੀ ਮਹਿਕਦੀ ਪਈ ਹੈ। ਭਰਮ ਭੂਲਾ ਮਿਰਗ ਸਿੰਘਾਰੇ, ਪਰ ਬੇਦਨ ਖੇਦ ਕਰਮਾਂ ਰੂਪ ਸਿੰਘਾਂ ਵਾਲਾ ਜੀਵ ਰੂਪ ਹਿਰਨ ਭਰਮ ਦੇ ਵਿੱਚ ਭੁੱਲਿਆ ਹੋਇਆ ਵਿਸ਼ਿਆ ਰੂਪ ਝਾੜੀਆਂ ਨੂੰ ਹੀ ਸੁੰਘਦਾ ਫਿਰਦਾ ਹੈ। ਬਨ ਬਨ ਢੂਡ ਢੂਡ ਫਿਰ ਥਾਕੀ, ਸ੍ਰਿਸ਼ਟੀ ਜੰਗਲਾਂ ਜੰਗਲਾਂ ਜਾਂ ਵੇਦਾਂ ਸ਼ਾਸਤਰਾਂ ਰੂਪ ਜੰਗਲਾਂ ਜੰਗਲਾਂ ਜਾਂ ਤੀਰਥਾਂ ਤੀਰਥਾਂ ਦੇ ਕਿਨਾਰਿਆਂ ਕਿਨਾਰਿਆਂ ਦੇ ਜਾਂ ਬਾਣੀ ਬਣਾ ਬਣਾ ਕੇ ਪਰਮੇਸ਼ਰ ਨੂੰ ਭਾਲ ਭਾਲ ਕੇ ਤੇ ਫਿਰ ਫਿਰ ਕੇ ਥੱਕ ਗਈ ਹੈ। ਗੁਰ ਪੂਰੈ ਘਰ ਨਿਸਤਾਰੇ, ਪਰ ਜਿਹੜੇ ਪੂਰੇ ਸਤਿਗੁਰਾਂ ਨੂੰ ਮਿਲੇ ਨੇ ਉਹ ਗੁਰਾਂ ਨੇ ਗ੍ਰਸਤ ਵਿੱਚ ਰੱਖ ਕੇ ਘਰ ਵਿੱਚ ਹੀ ਰੱਖ ਕੇ ਸੰਸਾਰ ਰੂਪੀ ਨਿਸ ਰਾਤ ਤੋਂ ਪ੍ਰਪੰਚ ਤੋਂ ਤਾਰ ਦਿੱਤੇ ਨੇ, ਜਾਂ ਹਿਰਦੇ ਰੂਪੀ ਘਰ ਦੇ ਅੰਦਰੋਂ ਹੀ ਤਾਰ ਦਿੱਤੇ ਨੇ, ਜਾਂ ਸਾਧ ਸੰਗਤ ਰੂਪੀ ਘਰ ਦੇ ਵਿੱਚੋਂ ਹੀ ਤਾਰ ਦਿੱਤੇ ਹਨ। ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਸਰੂਪ ਹੈ ਤੇ ਗੁਰੂ ਬਾਣੀ ਰੂਪ ਹੈ। ਵਿੱਚ ਬਾਣੀ ਅੰਮ੍ਰਿਤ ਸਾਰੇ, ਅਤੇ ਬਾਣੀ ਦੇ ਵਿੱਚ ਹੀ ਸਾਰੀ ਅੰਮ੍ਰਿਤ ਹਨ, ਜਾਂ ਬਾਣੀ ਦੇ ਸਾਰੀ ਅੱਖਰਾਂ ਵਿੱਚ ਨਾਮ ਅੰਮ੍ਰਿਤ ਹੈ, ਜਾਂ ਬਾਣੀ ਵਿੱਚ ਸਾਰੂ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲਾ ਬ੍ਰਹਮਾਨੰਦ ਰੂਪ ਅੰਮ੍ਰਿਤ ਹੈ। ਗੁਰ ਬਾਣੀ ਕਹੈ, ਜੋ ਸਤਿਗੁਰਾਂ ਦੀ ਬਾਣੀ ਉਪਦੇਸ਼ ਕਥਨ ਕਰਦੀ ਹੈ। ਸੇਵਕ ਜਨ ਮਾਨੈ, ਉਸ ਨੂੰ ਸੇਵਕ ਜਨ ਬਣ ਕੇ ਪ੍ਰੇਮ ਨਾਲ ਮੰਨਣਾ ਕਰੇ। ਪ੍ਰਤੱਖ ਗੁਰੂ ਨਿਸਤਾਰੇ, ਤਾਂ ਫਿਰ ਗੁਰੂ ਸਾਹਿਬ ਜੀ ਪ੍ਰਤੱਖ ਹੋ ਕੇ ਸੰਸਾਰ ਸਮੁੰਦਰ ਤੋਂ ਤਾਰ ਦਿੰਦੇ ਹਨ। ਸਭ ਹੈ ਭ੍ਰਮ ਭ੍ਰਮ ਹੈ ਪਸਰਿਆ, ਸਾਰੀਆਂ ਥਾਵਾਂ ਦੇ ਵਿੱਚ ਪਰਮੇਸ਼ਰ ਆਪ ਹੀ ਵਿਆਪਕ ਹੈ ਤੇ ਪਰਮੇਸ਼ਰ ਆਪ ਹੀ ਸਭ ਥਾਵਾਂ ਤੇ ਫੈਲਿਆ ਹੋਇਆ ਹੈ। ਮਨ ਬੀਜਿਆ ਖਾਵਾਰੇ, ਪਰ ਮਨ ਜਿਹੋ ਜਿਹਾ ਸੰਕਲਪ ਨਾਲ ਕਰਮਾਂ ਦਾ ਬੀਜ ਬੀਜਣਾ ਕਰਦਾ ਉਹੋ ਜਿਹਾ ਹੀ ਪਰਮੇਸ਼ਰ ਫਲ ਖਵਾਉਣਾ ਕਰਦਾ ਹੈ। ਸੋ ਜੇ ਗੁਰਬਾਣੀ ਨੂੰ ਗੁਰੂ ਮੰਨ ਲਵੇ ਤੇ ਗੁਰੂ ਬਾਣੀ ਤੇ ਨਿਸ਼ਚਾ ਰੱਖੇ ਤਾਂ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦਾ ਹੈ। ਪਰ ਅੱਜ ਤੱਕ ਦੂਜਿਆਂ ਨੂੰ ਤਾਂ ਕੀ ਕਹੀਏ, ਸਾਡੇ ਆਪ ਦੇ ਸਿੱਖਾਂ ਦਾ ਹੀ ਜਿਹੜਾ ਮਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭਰੋਸੇ ਵਾਲਾ ਨਹੀਂ ਬਣਿਆ। ਇੱਕ ਪਾਸੇ ਗੁਰਦੁਆਰੇ ਆਉਂਦੇ ਹਾਂ, ਦੂਜੇ ਪਾਸੇ ਮੰਦਰਾਂ ਮਸੀਤਾਂ ਜਾ ਕੇ ਪੂਜਦੇ ਹਾਂ। ਇੱਥੇ ਵੀ ਪ੍ਰਸ਼ਾਦ ਕਰਾਉਂਦੇ ਆ, ਗੁੱਗੇ ਬਾਬੇ ਨੂੰ ਵੀ ਭੋਗ ਲਵਾਉਂਦੇ ਆ ਮਿੱਠੇ ਚੌਲਾਂ ਦਾ। ਇੱਥੇ ਵੀ ਸੁਖਮਨੀ ਸਾਹਿਬ ਪੜ੍ਹਦੇ ਆ ਤੇ ਮਾੜੀ ਤੇ ਜਾ ਕੇ ਖੇੜੇ ਤੇ ਜਾ ਕੇ ਵੀ ਪਾਠ ਕਰਦੇ ਆ। ਮਤਲਬ ਕਹਿਣ ਦਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਨਿਸ਼ਚਾ ਹੀ ਨਹੀਂ ਹੈ। ਬਾਣੀ ਪੜ੍ਹਦਿਆਂ ਹੋਇਆਂ ਵੀ ਗੁਰੂ ਤੇ ਭਰੋਸਾ ਨਹੀਂ ਹੈ।
ਖੁਦ ਸਾਨੂੰ ਸਿੱਖਾਂ ਨੂੰ ਹੋਰਨਾਂ ਦੀ ਬਾਤ ਤਾਂ ਬੜੀ ਦੂਰ ਦੀ ਹੈ। ਕਲਗੀਧਰ ਮਹਾਰਾਜ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਾਂ ਜੋਤੀ ਜੋਤ ਸਮਾਉਣ ਲੱਗੇ ਸਨ ਤਾਂ ਸਿੰਘਾਂ ਨੇ ਭੱਜ ਕੇ ਗੁਰੂ ਜੀ ਦੇ ਪੈਰ ਛੂਹਣੇ ਚਾਹੇ, ਚਰਨਾਂ ਨੂੰ ਹੱਥ ਹੀ ਨਾ ਲੱਗਾ। ਜਿਸ ਵਕਤ ਹੱਥਾਂ ਨੂੰ ਝਟਕਾ ਲੱਗਾ ਤਾਂ ਬੇਨਤੀ ਕੀਤੀ, ਹੇ ਗੁਰੂ ਮਹਾਰਾਜ, ਚਰਨ ਦੇਖ ਤਾਂ ਰਹੇ ਨੇ, ਜਿਨ੍ਹਾਂ ਚਰਨਾਂ ਦੇ ਵਿੱਚ ਸਾਰੀ ਉਮਰ ਮੌਜ ਮਾਣੀ ਹੈ, ਉਹਨਾਂ ਚਰਨਾਂ ਨੂੰ ਹੱਥ ਕਿਉਂ ਨਹੀਂ ਲੱਗ ਰਿਹਾ ਜੀ, ਅਸੀਂ ਮੱਥਾ ਟੇਕਣਾ ਹੈ। ਤਾਂ ਸਤਿਗੁਰੂ ਜੀ ਕਹਿਣ ਲੱਗੇ, ਸਾਡਾ ਅਸਲੀ ਸਰੂਪ ਨਹੀਂ ਹੈ। ਫਿਰ ਅਸਲੀ ਸਰੂਪ ਕਿਹੜਾ ਹੈ? ਅਸਲੀ ਸਰੂਪ ਹੈ ਸਾਡਾ ਗੁਰਬਾਣੀ। ਭਾਈ ਆਨੰਦ ਲਾਲ ਜੀ ਨੇ ਗੁਰੂ ਜੀ ਦੀ ਸਿੱਖਿਆ ਨੂੰ ਆਪ ਦੇ ਰਹਿਤਨਾਮੇ ਵਿੱਚ ਅੰਗਤ ਕੀਤਾ ਹੈ। ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਸਿੱਖਿਆ ਦਿੱਤੀ। ਕਹਿਣ ਲੱਗੇ, ਸੁਣੋ ਭਾਈ, तीन रूप है मोहे के। महाराज आप दे किन्ने रूप ने? कहंदे मेरे 3 रूप हन। सुनो आनंद चित लाए। हे भाई आनंद लाल सिंह जी, चित ला के सुनो। 3 रूप केड़े ने? निर्गुण, एक साडा निर्गुण रूप है, दूसरा सरगुण रूप है, तीसरा गुर शब्द रूप है। श्री गुरु ग्रंथ साहिब रूप है निर्गुण सरगुण गुर शब्द कहूँ तो ही समझाए। ये तुहानू समझा बुझा के कह दिंदे हाँ। श्री गुरु ग्रंथ साहिब ते निश्चा रखना। जिहड़ा कोई साडे दर्शन करने चाहुंदा है, नहा धो के श्री गुरु ग्रंथ साहिब जी की पावन हजूरी विच बैठ के प्यार नाल मंगल पढ़े। ਵੱਧ ਤੋਂ ਵੱਧ 3 ਮੰਗਲ ਪੜ੍ਹਨੇ ਚਾਹੀਦੇ ਨੇ। ਕਈ ਮੇਰੇ ਵਾਂਗ ਅਖੰਡ ਪਾਠ ਰੱਖ ਕੇ ਬਹਿ ਜਾਂਦੇ ਨੇ। ਉਹ ਸੰਗਤ ਮੂੰਹ ਵੱਲ ਵੇਂਦੀ ਹੁੰਦੀ ਵੀ ਹੁਕਮਨਾਮਾ ਬਾਬਾ ਸੁਣਾਏ, ਤੇ ਬਾਬਾ ਅਖੰਡ ਪਾਠ ਰੱਖ ਕੇ ਬਹਿ ਜਾਂਦਾ। ਬੜੇ ਬੜੇ ਲੰਬੇ ਸ਼ਬਦ ਮੰਗਲਾਂ 'ਚ ਨਹੀਂ ਪੜ੍ਹਨੇ ਚਾਹੀਦੇ। ਲੋਕ ਮੂੰਹ ਵੱਲ ਵੇਂਦੇ ਨੇ ਕਿਉਂਕਿ ਕਾਹਲੇ ਬੈਠੇ ਹੁੰਦੇ ਨੇ। ਪਹਿਲੀ 1 ਪੰਕਤੀ ਜਾਂ 2 ਪੰਕਤੀਆਂ ਦੇ ਮੰਗਲ 1 ਜਾਂ 2, ਵੱਧ ਤੋਂ ਵੱਧ 3 ਕਰੋ। ਸੋ ਇਉਂ ਪ੍ਰੇਮ ਸਤਿਕਾਰ ਨਾਲ ਮਰਿਆਦਾ ਦੇ ਸਹਿਤ ਗੁਰੂ ਸਾਹਿਬ ਜੀ ਤੋਂ ਰੁਮਾਲਾ ਸਾਹਿਬ ਉਤਾਰ ਕੇ ਤੇ ਸ੍ਰੀ ਮੁਖ ਵਾਕ ਲਓ, ਜਾਂ ਜਿਹੜੀ ਬਾਣੀ ਦਾ ਪਾਠ ਕਰਨਾ ਉਹਨੂੰ ਪੜ੍ਹੋ। ਜਿਹੜੇ ਗੁਰਬਾਣੀ ਦੇ ਦਰਸ਼ਨ ਨੇ ਇਹ ਮੇਰੇ ਦਰਸ਼ਨ ਹਨ। ਜੋ ਗੁਰਬਾਣੀ ਦਾ ਪਾਠ ਹੈ ਇਹ ਮੇਰੇ ਨਾਲ ਬਾਤਾਂ ਮਾਰਨੀਆਂ ਨੇ। ਜਿਹੜਾ ਤਾਂ ਗੁਰੂ ਵੱਲੋਂ ਉਪਦੇਸ਼ ਹੈ, ਸਮਝਣਾ ਕਿ ਗੁਰੂ ਸਾਹਿਬ ਜੀ ਬੋਲ ਰਹੇ ਨੇ। ਜੋ ਜਗਿਆਸੂ ਮੁਖ ਵੱਲੋਂ ਬੇਨਤੀ ਹੈ, ਸਮਝਣਾ ਕਿ ਅਸੀਂ ਆਪਣੇ ਵੱਲੋਂ ਰਿਕਵੈਸਟ ਕਰ ਰਹੇ ਹਾਂ। ਇਉਂ ਗੁਰਬਾਣੀ ਤੇ ਸ਼ਰਧਾ ਰੱਖਣੀ ਹੈ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਸ ਦਿਨ ਸੰਮਤ 1661 ਬਿਕਰਮੀ 1604 ਈਸਵੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਰਿਮੰਦਰ ਸਾਹਿਬ ਸੱਚਖੰਡ ਵਿਖੇ ਪ੍ਰਕਾਸ਼ ਕਰ ਦਿੱਤਾ, ਉਸ ਦਿਨ ਤੋਂ ਗੁਰੂ ਸਾਹਿਬ ਜੀ ਗੱਦੀ ਲਾ ਕੇ ਹਰਿਮੰਦਰ ਸਾਹਿਬ ਨਹੀਂ ਬੈਠੇ। ਜਦ ਜਾਂਦੇ ਸਨ ਤਾਂ ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਲਾਈ ਹੋਈ ਸੀ ਚੌਰ ਸਾਹਿਬ ਦੇ, ਤੇ ਆਪ ਮਹਾਰਾਜ ਮੱਥਾ ਟੇਕ ਕੇ ਰਾਗੀਆਂ ਦੇ ਮਗਰ ਬਹਿ ਕੇ 1 ਜਾਂ 2 ਸ਼ਬਦ ਸੁਣ ਕੇ ਮੰਦਰ ਭਾਗ ਜੁਗਤ ਸੇਵ ਰਹਿਤਾ ਸਿਵ ਕਲਿਆਣ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਹਰਿਮੰਦਰ ਸਾਹਿਬ ਦੇ ਭਾਗ 1 ਹਿੱਸੇ ਵਿੱਚ ਰਾਗੀਆਂ ਦੇ ਪਿੱਛੇ ਬੈਠ ਕੇ ਸਿੱਖਾਂ ਦੇ ਨਾਲ ਮਿਲ ਕੇ ਵੱਧ ਤੋਂ ਵੱਧ 2-3 ਸ਼ਬਦ ਸੁਣ ਕੇ ਬਾਹਰ ਆ ਜਾਂਦੇ, ਕਿਉਂਕਿ ਸੰਗਤਾਂ ਵਧੋ ਵਧੀ ਗੁਰੂ ਜੀ ਦੇ ਪੈਰੀਂ ਹੱਥ ਲਾਉਣਾ ਚਾਹੁੰਦੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਵੇਖਦਿਆਂ ਮਹਾਰਾਜ ਬਹੁਤਾ ਲੰਬਾ ਸਮਾਂ ਹਰਿਮੰਦਰ ਸਾਹਿਬ ਦੇ ਅੰਦਰ ਨਹੀਂ ਬੈਠਦੇ। ਇਸੇ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਪਦੇ ਘਰ ਉੱਠ ਕੇ ਨਹਾ ਧੋ ਕੇ 5 ਬਾਣੀਆਂ ਦੇ ਸੁਖਮਨੀ ਸਾਹਿਬ ਘਰ ਪੜ੍ਹ ਕੇ ਜਾਂਦੇ ਜ਼ਬਾਨੀ, ਫਿਰ ਦਸਤਾਰਾ ਸਜਾ ਕੇ ਬਾਣਾ ਪਾ ਕੇ
ਮਿੰਟ ਦੀ ਮਿੰਟ ਹਰਿਮੰਦਰ ਸਾਹਿਬ ਆ ਕੇ ਮੱਥਾ ਟੇਕਦੇ, ਅੰਦਰ ਨਹੀਂ ਬੈਠਦੇ। ਜੇ ਬਹਿਣਾ ਸ਼ਬਦ ਇੱਕ ਦੋ ਸੁਣ ਕੇ ਬਾਹਰ ਆ ਕੇ ਹਰਿਮੰਦਰ ਸਾਹਿਬ ਤੇ ਬਾਹਰ ਦਰਸ਼ਨੀ ਡਿਓੜੀ ਤੇ ਬਾਰ-ਬਾਰ ਸ੍ਰੀ ਅਕਾਲ ਤਖਤ ਸਾਹਿਬ ਜਿੱਥੋਂ ਕਿ ਅੰਦਰੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠਾ ਹੋਇਆ ਕੋਈ ਵੀ ਇਨਸਾਨ ਨੂੰ ਨਹੀਂ ਦਿਖਦਾ, ਪਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹਰਿਮੰਦਰ ਸਾਹਿਬ ਦੇ ਦਰਸ਼ਨ ਹੁੰਦੇ ਨੇ। ਇਸ ਤਰ੍ਹਾਂ ਦਾ ਨਕਸ਼ਾ ਮਹਾਰਾਜ ਨੇ ਬਣਾਇਆ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ। ਥੜਾ ਸਾਹਿਬ ਉਹਦੇ ਤੇ ਮਹਾਰਾਜ ਦੀਵਾਨ ਲਾਉਂਦੇ, ਕਥਾ ਕਰਦੇ, ਢਾਡੀ ਵਾਰਾਂ ਸਰਵਣ ਕਰਦੇ। ਇਹ ਗੁਰੂ ਸਾਹਿਬ ਜੀ ਦੀ ਮਰਿਆਦਾ ਰਹੀ ਹੈ। ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਸਾਹਿਬ ਜੀ ਦੇ ਗੋਡੇ ਨੂੰ ਸੱਟ ਲੱਗ ਗਈ ਸੀ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਚੰਗੇ ਭਲੇ ਬਰਾਜੇ ਸੀ, ਦੁਪਹਿਰ ਦਾ ਸਮਾਂ ਤੇ ਇੰਨੀ ਕਾਹਲੀ ਨਾਲ ਕਿਉਂ ਉੱਠੇ ਹੋ? ਆਰਾਮ ਦੇ ਨਾਲ ਉੱਠਦੇ, ਵੇਖੋ ਗੋਡੇ ਨੂੰ ਸੱਟ ਲੱਗ ਗਈ ਹੈ। ਤਾਂ ਗੁਰੂ ਸਾਹਿਬ ਕਹਿਣ ਲੱਗੇ, ਹੇ ਗੁਰਸਿੱਖੋ, ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ। ਜਿਹੜੀ ਸਾਧ ਸੰਗਤ ਕਿਤੇ ਕਾਬਲ ਤੋਂ ਆ ਰਹੀ ਸੀ ਤੇ ਉਹ ਢੋਲਕੀ ਚਿਮਟਿਆਂ ਦੇ ਨਾਲ ਕੀਰਤਨ ਕਰਦੀ ਆ ਰਹੀ ਸੀ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ। ਪੁਰਾਤਨ ਸੰਗਤਾਂ ਦੀ ਮਰਿਆਦਾ ਸੀ ਕਿ ਜਦ ਵੀ ਉਹ ਗੁਰਦੁਆਰੇ ਸਾਹਿਬ ਆਉਂਦੀਆਂ ਸਨ ਤਾਂ ਢੋਲਕੀ ਵਜਾ ਕੇ, ਛੈਣੇ ਚਿਮਟੇ ਵਜਾ ਕੇ ਕੀਰਤਨ ਕਰਦੇ ਆਉਂਦੇ ਸਨ। ਅੱਜ ਕੱਲ ਸਾਡੇ ਕੰਨਾਂ ਨੂੰ ਮੋਬਾਈਲ ਹੁੰਦਾ, ਹਾਂ ਕਿੱਥੇ ਆ ਫਲਾਣੀ ਜਗ੍ਹਾ ਤੇ ਇੰਝ ਆ ਉਂਝ ਆ, ਕੋਈ ਕਿਸੇ ਨਾਲ ਗੱਲਾਂ ਮਾਰਦਾ, ਕੋਈ ਕਿਸੇ ਨਾਲ ਬਾਤਾਂ ਮਾਰਦਾ ਹੁੰਦਾ। ਪਹਿਰੇਦਾਰ ਬਾਂਹ ਤੋਂ ਹਲਾਉਂਦਾ, ਸਿਰ ਢੱਕ ਲੋ, ਕਹਿੰਦਾ ਲਿਆਓ ਰੁਮਾਲ। ਉਹ ਵੀ ਪਹਿਰੇਦਾਰ ਕੋ ਆਪਾਂ ਮੰਗਦੇ ਆ, ਮਤਲਬ ਬੋਝੀ 'ਚ ਰੁਮਾਲ ਵੀ ਨਹੀਂ ਹੈ। ਆਏ ਗੁਰਦੁਆਰੇ ਆ, ਪਾਈ ਨਿੱਕਰ ਹੈ, ਸੁੱਤੇ ਉੱਠੇ ਪਤਾ ਨਹੀਂ ਮੂੰਹ ਵੀ ਧੋਤਾ ਜਾਂ ਨਹੀਂ ਧੋਤਾ, ਮਾਫ਼ ਕਰਨਾ। ਨਾਈਟ ਸੂਟਾਂ ਦੇ ਨਾਲ ਆਪਾਂ ਆਫਿਸ 'ਚ ਜਾ ਸਕਦੇ ਹਾਂ, ਕਿਸੇ ਆਫਿਸਰ ਦੇ ਸਾਹਮਣੇ ਬੈਠ ਸਕਦੇ ਹਾਂ? ਬਿਲਕੁਲ ਨਹੀਂ। ਫਿਰ ਨੈਟ ਸੂਟ ਪਾ ਕੇ ਗੁਰਦੁਆਰੇ ਆਉਣ ਦਾ ਕੀ ਮਤਲਬ ਹੋਇਆ? ਇੱਥੇ ਤਾਂ ਸ਼ਹਿਨਸ਼ਾਹ ਪਾਤਸ਼ਾਹ ਦਾ ਘਰ ਹੈ। ਤੋ ਇਸ ਲਈ ਤਿਆਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਤਾਰਾਂ ਦੇ ਮੁਕਾਬਲੇ ਕਰਾਉਂਦੇ। ਅੱਜ ਸਾਡੀ ਬੋਝੀ 'ਚ ਰੁਮਾਲ ਵੀ ਨਹੀਂ ਸਿਰ ਢੱਕਣ ਲਈ। ਪੌਂਡਾ ਸਾਹਿਬ ਜਿੱਥੇ ਗੁਰੂ ਸਾਹਿਬ ਜੀ ਦਸਤਾਰਾਂ ਵਾਲਿਆਂ ਨੂੰ ਇਨਾਮ ਦਿੰਦੇ ਸਨ, ਉਹ ਗੁਰਦੁਆਰਾ ਵੱਖਰਾ ਬਣਿਆ ਹੋਇਆ ਹੈ ਪੌਂਡਾ ਸਾਹਿਬ। ਜਿਹਨੇ ਵਧੀਆ ਦਸਤਾਰ ਸਜਾਈ ਹੁੰਦੀ ਮਹਾਰਾਜ ਉਹਨੂੰ ਇਨਾਮ ਦਿੰਦੇ। ਤੋ ਇੰਝ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਮਰਿਆਦਾ ਹੈ ਕਿ ਗੁਰਬਾਣੀ ਪੜ੍ਹਦਿਆਂ, ਸਤਿਨਾਮ ਵਾਹਿਗੁਰੂ ਦਾ ਜਾਪ ਜਪਦਿਆਂ, ਸੋਹਣੇ ਵਸਤਰ ਪਹਿਨ ਕੇ ਮਹਾਰਾਜ ਦੇ ਦਰਸ਼ਨ ਕਰਨੇ। ਜਦ ਸੰਗਤ ਕੀਰਤਨ ਕਰਦੀ ਸੁਣੀ ਤਾਂ ਗੁਰੂ ਸਾਹਿਬ ਜੀ ਅਬੜਵਾਏ ਉੱਠੇ, ਕਹਿੰਦੇ ਗੁਰਬਾਣੀ ਦਾ ਸਤਿਕਾਰ ਅਸੀਂ ਨਹੀਂ ਕਰਾਂਗੇ, ਹੋਰ ਕੌਣ ਕਰੇਗਾ? ਕਿਉਂਕਿ ਕੀਰਤਨ ਕਰਦੇ ਅੱਗੇ ਹੱਥ ਜੋੜ ਕੇ ਖਲੋਣਾ ਚਾਹੀਦਾ, ਨਾ ਕਿ ਮੰਜੇ ਉੱਪਰ ਬੈਠ ਕੇ ਜਾਂ ਗੱਦੀ ਲਾ ਕੇ ਬੈਠ ਕੇ ਕੀਰਤਨ ਦੀ ਹਾਜ਼ਰੀ ਭਰੀਏ। ਬਿਲਕੁਲ ਨਹੀਂ। ਸਟੇਜ ਦੇ ਉੱਪਰ ਜਾਂ ਕਿਤੇ ਵੀ ਸਾਹਿਬਾਂ ਦੀ ਹਜ਼ੂਰੀ 'ਚ ਤਕੀਆ ਨਹੀਂ ਲਾਉਣਾ, ਸਰਾਣਾ ਨਹੀਂ ਲਾਉਣਾ, ਕਿਤੇ ਢੋਹ ਨਹੀਂ ਲਾਉਣੀ, ਤੇ ਬਿਲਕੁਲ ਐਕਟਿਵ। ਜਿਸ ਤਰ੍ਹਾਂ ਕੋਈ ਵੀ ਮਸ਼ੀਨਰੀ ਜ਼ਿਆਦਾਤਰ ਆਪਾਂ ਉਹਦੇ 'ਤੇ ਕੰਮ ਕਰਦੇ ਹਾਂ ਤੇ ਸਾਵਧਾਨ ਇਕਾਗਰਚੀਤ ਪੂਰੀ ਸਾਵਧਾਨੀ ਦੇ ਨਾਲ ਆਪਾਂ ਕਾਰੋਬਾਰ ਕਰਦੇ ਹਾਂ। ਇੰਝ ਹੀ ਗੁਰੂ ਮਹਾਰਾਜ ਦੀ ਬਾਣੀ ਪੜ੍ਹਨੀ, ਸਾਹਿਬਾਂ ਦੇ ਸਤਿਕਾਰ ਨੂੰ ਮੁੱਖ ਰੱਖਦੇ ਹਾਂ, ਸਾਵਧਾਨਤਾ ਦੇ ਨਾਲ ਸ਼ਰਧਾ ਸਹਿਤ ਪੀੜੇ ਸਾਹਿਬ ਤੋਂ ਥੋੜ੍ਹਾ ਜਿਹਾ ਹਟ ਕੇ ਚੌਂਕੜਾ ਮਾਰ ਕੇ ਗਲ 'ਚ ਪਰਨਾ ਪਾ ਕੇ ਹੱਥ ਜੋੜ ਕੇ ਗੁਰੂ ਸਾਹਿਬ ਦੀ ਹਾਜ਼ਰੀ 'ਚ ਹਾਜ਼ਰੀ ਭਰਨੀ ਚਾਹੀਦੀ ਹੈ। ਕਿਉਂਕਿ ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਭ ਹੈ ਬ੍ਰਹਮ ਹੈ ਪਸਰਿਆ। ਜੇ ਸਾਰੇ ਸੰਸਾਰ 'ਚ ਪਸਰਿਆ ਤੇ ਗੁਰਬਾਣੀ 'ਚ ਨਹੀਂ ਹੈ, ਗੁਰਬਾਣੀ 'ਚ ਵੀ ਉਹੀ ਬ੍ਰਹਮ।
ब्रह्म दिसै ब्रह्म सुनिए एक एक बखाणीए आत्म बसारा करन हारा प्रभ बिना नहीं जानिए। इਉਂ ਬਾਣੀ ਦੇ ਵਿੱਚ ਵੀ ਉਸ ਬ੍ਰਹਮ ਦੀ ਅਕਾਲ ਪੁਰਖ ਦੀ ਜੋਤ ਜਿਹੜੀ ਦਸਾਂ ਪਾਤਸ਼ਾਹੀਆਂ ਵਿੱਚ ਵਰਤੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਏ ਉਸੇ ਜੋਤ ਦਾ ਵਾਸਾ ਹੈ। ਮਨ ਬੀਜਿਆ ਖਾਵਾਰੇ ਪਰ ਜਿਸ ਤਰ੍ਹਾਂ ਦੀ ਆਪਾਂ ਸ਼ਰਧਾ ਦਾ ਬੀਜ ਬੀਜਾਂਗੇ ਮਨ ਵਿੱਚ ਫਲ ਉਸੇ ਤਰ੍ਹਾਂ ਦਾ ਮਿਲੂਗਾ। ਜੇ ਸ਼ਰਧਾ ਨਹੀਂ ਰੱਖਾਂਗੇ ਤਾਂ ਫਲ ਵੀ ਨਹੀਂ ਮਿਲੂਗਾ। ਉਸ ਤਰ੍ਹਾਂ ਦਾ ਫਲ ਹੈ। ਧੰਨੇ ਨੇ ਵੇਖੋ ਪੱਥਰ ਤੇ ਸ਼ਰਧਾ ਕੀਤੀ ਤੇ ਉਹਨੇ ਪੱਥਰ ਚੋਂ ਖੂਹ ਤੇ ਬੈਠਿਆ ਰੱਬ ਪਾ ਲਿਆ ਗੋਹੇ ਦਾ ਧੂਪ ਦਿਖਾ ਕੇ। ਤੇ ਅਸੀਂ ਕਿਆ ਸੋਹਣੀ ਦੇਸੀ ਘਿਓ ਵਾਲੀ ਧੂਪ ਦਿਖਾਉਂਦੇ ਆ, ਦੇਸੀ ਘਿਓ ਦੀ ਜੋਤ ਜਗਾਉਂਦੇ ਆ। ਕਿਆ ਸੋਹਣਾ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦਾ ਪ੍ਰਕਾਸ਼ ਕਰਕੇ ਆਪਾਂ ਬਾਣੀ ਦਾ ਪਾਠ ਕਥਾ ਕੀਰਤਨ ਕਰਦੇ ਹਾਂ। ਤੇ ਕਿਆ ਸੋਹਣਾ ਵੇਖੋ ਗੁਰਦੁਆਰਾ ਹੈ ਸੱਚਖੰਡ ਵਰਗਾ, ਫਿਰ ਵੀ ਸਾਨੂੰ ਰੱਬ ਦੇ ਦਰਸ਼ਨ ਨਹੀਂ ਹੋ ਰਹੇ। ਕਿਹਦੇ ਵਿੱਚ ਘਾਟ ਹੈ? ਸਾਡੇ ਆਪਣੇ ਵਿੱਚ ਹੀ ਹੋਊਗੀ। ਉਹ ਧੰਨਾ ਕਿਤੇ ਗੁਰਦੁਆਰੇ ਵੀ ਨਹੀਂ ਗਿਆ। ਉਹਦਾ ਪੱਥਰ ਵੀ ਵੇਖੋ ਪੱਥਰ ਸੀਗਾ, ਕੋਈ ਸੱਚਾ ਨਹੀਂ ਸੀ, ਝੂਠਾ ਪੱਥਰ ਸੀਗਾ, ਪਰ ਗੱਲ ਤਾਂ ਭਰੋਸੇ ਦੀ ਹੈ। ਮਹਾਰਾਜ ਨੇ ਆਵਾਜ਼ ਦਿੱਤੀ ਵੀ ਧੰਨਿਆ ਤੇਰੇ ਨਾਲ ਧੋਖਾ ਹੋਇਆ ਹੀ ਉਹ ਲਵੇਰੀ ਗਾਂ ਦੇ ਲਾਲਚ ਵਿੱਚ ਪੰਡਤ ਨੇ ਤੈਨੂੰ ਪੱਥਰ ਐਵੇਂ ਲਪੇਟ ਕੇ ਦੇ ਦਿੱਤਾ ਤੇ ਤੂੰ ਇਹਨੂੰ ਭਗਵਾਨ ਬਣ ਕੇ ਤਰਲੇ ਮਿੰਨਤਾਂ ਕਰ ਰਿਹਾ। ਪੱਥਰ ਹੈ ਕੋਈ ਭਗਵਾਨ ਥੋੜ੍ਹਾ। ਹਾਂ ਮਹਾਰਾਜ ਬਹੁਤ ਤੂੰ ਸਿਆਣਾ ਹੈ, ਬੜੀ ਸਿਆਣੀ ਗੱਲ ਸਮਝਾਈ ਹੈ। ਫਿਰ ਉਹ ਠਾਪ ਦਾ ਕੰਮ ਕੁਮ ਕਰ, ਤੂੰ ਰੋਟੀਆਂ ਰੱਖ ਕੇ ਤਰਲੇ ਮਾਰ ਰਿਹਾ। ਕਹਿੰਦੇ ਚੰਗਾ ਮਹਾਰਾਜ ਗੱਲ ਤਾਂ ਤੇਰੀ ਸਹੀ ਹੈ। ਜੇ ਪੱਥਰ ਖਾਂਦੇ ਨਹੀਂ ਤਾਂ ਫਿਰ ਪੱਥਰ ਬੋਲਦੇ ਵੀ ਨਹੀਂ। ਇਹ ਬੋਲ ਕੌਣ ਰਿਹਾ? ਜਿਹੜਾ ਬੋਲ ਰਿਹਾ ਉਹ ਮੇਰੇ ਸਾਹਮਣੇ ਕਿਉਂ ਨਹੀਂ ਆਉਂਦਾ? ਮੈਨੂੰ ਦਰਸ਼ਨ ਕਿਉਂ ਨਹੀਂ ਦਿੰਦਾ? ਉੱਪਰੋਂ ਉੱਪਰੋਂ ਮੇਰੇ ਨਾਲ ਬਚਨ ਕਰ ਰਿਹਾ ਤੇ ਉਹ ਮੇਰੇ ਸਾਹਮਣੇ ਆਏ। ਮੈਂ ਪੱਥਰ ਠੀਕ ਹੈ ਕਿ ਪੱਥਰ ਰੱਖ ਕੇ ਬੈਠਾ, ਪਰ ਜਿਹੜਾ ਬੋਲ ਰਿਹਾ ਮੈਂ ਤਾਂ ਉਹਦੇ ਧਿਆਨ ਵਿੱਚ ਮਸਤ ਹਾਂ। ਕਿਰਪਾ ਕਰਕੇ ਇਹ ਪਰਮੇਸ਼ਰ ਇਹ ਭਗਵਾਨ ਮੈਨੂੰ ਦਰਸ਼ਨ ਦਿਓ। ਭਗਤੀ ਕੀਤੀ ਹੈ ਪੱਥਰ ਦੀ ਨਹੀਂ, ਪਰਮਾਤਮਾ ਦੀ। ਪੱਥਰ 'ਚ ਧਿਆਨ ਨਹੀਂ ਸੀਗਾ, ਧਿਆਨ ਰੱਬ ਦੇ ਚਰਨਾਂ 'ਚ ਸੀਗਾ। ਭਰੋਸਾ ਵਾਹਿਗੁਰੂ ਦੇ ਉੱਪਰ ਸੀਗਾ। ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਇਹ ਬਿਦ ਸੁਣ ਕੇ ਜੱਟ ਉੱਠ ਭਗਤੀ ਲੱਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਪੜਵਾਗਾ। ਸਾਡੇ ਅੱਗੇ ਪ੍ਰਕਾਸ਼ ਪੋਥੀਆਂ ਹੁੰਦੀਆਂ ਨੇ ਸੱਚੀ ਸੁੱਚੀ ਗੁਰਬਾਣੀ, ਧਿਆਨ ਸਾਡਾ ਬਾਹਰਲੇ ਪਾਸੇ ਉਲਟੇ ਸਿੱਧੇ ਪਾਸੇ। ਗੁਰੂ ਗ੍ਰੰਥ ਸਾਹਿਬ ਦੀ ਹਾਜ਼ੂਰੀ 'ਚ ਬੈਠਿਆਂ ਵੀ ਧਿਆਨ ਨਹੀਂ ਜੁੜਦਾ। ਉਹਨੇ ਪੱਥਰ ਦੇ ਅੱਗੇ ਰੱਬ 'ਚ ਧਿਆਨ ਲਾ ਲਿਆ, ਸਾਡੇ ਅੱਗੇ ਰੱਬ ਖੁਦ ਭਗਵਾਨ ਹੈ, ਸਾਡਾ ਫਿਰ ਵੀ ਧਿਆਨ ਨਹੀਂ ਜੁੜਦਾ। ਕਿਉਂ? ਕਮੀ ਪੇਸ਼ੀ ਤਾਂ ਆਪਣੇ ਵਿੱਚ ਹੈ ਕਿਤੇ ਨਾ ਕਿਤੇ। ਮਨ ਬੀਜਿਆ ਖਾਵਾਰੇ, ਜਿਹੋ ਜਿਹਾ ਮਨ ਸੰਕਲਪ ਰੂਪ ਜਾਂ ਕਰਮਾਂ ਦਾ ਬੀਜ ਬੀਜਦਾ ਹੈ ਉਹੋ ਜਿਹਾ ਹੀ ਪਰਮੇਸ਼ਰ ਫਲ ਖਵਾਉਣਾ ਕਰਦਾ। ਸ਼ਰਧਾ ਵਾਲਿਆਂ ਨੂੰ ਭਾਗ ਲੱਗਦੇ ਹਨ। ਜੂ ਜਾਨ ਚੰਦਰਹਾਸ ਦੁਖਿਆ ਤ੍ਰਿਸ਼ਟ ਬੁੱਧੀ। ਇੱਕ ਸੰਤ ਦਾ ਇੱਕ ਭਗਤ ਦਾ ਦ੍ਰਿਸ਼ਟਾਂਤ ਦਿੰਦੇ ਨੇ। ਇਹ ਬੜਾ ਵੱਡਾ ਭਗਤ ਹੋਇਆ ਹੈ, ਭਰੋਸੇ ਵਾਲਾ ਤੇ ਬੰਦਗੀ ਵਾਲਾ। ਉਹਨੂੰ ਭਗਤ ਜਨ ਮਹਾਰਾਜ ਨੇ ਲਿਖਿਆ। ਜਿਉਂ ਜਨ, ਜਨ ਦਾ ਮਤਲਬ ਹੈ ਭਗਤ। ਚੰਦਰਹਾਸ, ਚੰਦਰਹਾਸ ਨੂੰ ਦੁਖੀਆ ਤ੍ਰਿਸ਼ਟ ਬੁੱਧੀ, ਤ੍ਰਿਸ਼ਟ ਬੁੱਧੀ ਨਾਮੀ ਰਾਜੇ ਦੇ ਵਜ਼ੀਰ ਨੇ ਦਿਖਾਉਣਾ ਕੀਤਾ ਸੀਗਾ। ਤ੍ਰਿਸ਼ਟ ਬੁੱਧੀ ਵਜ਼ੀਰ ਦਾ ਨਾਮ ਹੈ, ਚੰਦਰਹਾਸ ਭਗਤ ਦਾ ਨਾਮ ਹੈ। ਭਾਵ ਚੰਦਰਹਾਸ ਭਗਤ ਨੂੰ ਨਾਸ਼ ਕਰਨਾ ਚਾਹਿਆ ਸੀ ਤ੍ਰਿਸ਼ਟ ਬੁੱਧੀ ਵਜ਼ੀਰ ਨੇ। ਜਿਵੇਂ ਸੋ ਆ ਬੀਬੀ ਇੰਦਰਾ ਸੰਤਾਂ ਦੇ ਮਗਰ ਪਈ ਰਹੀ ਸਾਰੀ ਉਮਰ। ਸੰਤਾਂ ਦੀ ਤਾਂ ਅੱਜ ਵੀ ਜੈ ਜੈਕਾਰ ਹੈ। ਨਿਆਣੇ ਸਾਡੇ ਜਿਹੜੇ ਉਦੋਂ ਜੰਮੇ ਵੀ ਨਹੀਂ ਸੀ ਉਹ ਛਾਟਾਂ ਦੇ ਫੋਟੋਆਂ ਲਾਈ ਫਿਰਦੇ ਨੇ। ਇੰਦਰਾ ਨੂੰ ਭਾਵੇਂ ਕੋਈ ਜਾਣੇ ਨਾ ਬੁੱਝੇ, ਉਹਦੀ ਕਬਰ ਤੇ ਠੀਕ ਹੈ ਸਾਲ ਬਾਅਦ ਉਹਦਾ ਮੁੰਡਾ ਜਾਂ ਉਹਦਾ ਧੀ ਪੁੱਤ ਫੁੱਲ ਮਾੜਾ ਚੜਾਉਂਦਾ ਹੋਊਗਾ, ਬਾਕੀ ਤਾਂ ਨਹੀਂ ਹੋਰ ਕਿਸੇ ਨੂੰ ਪਤਾ ਵੀ ਉਹਦੀ ਮੜੀ ਉਹਦੀ ਕਬਰ ਕਿੱਥੇ ਹੈ। ਪਰ ਸੰਤਾਂ ਦੇ ਗੁਰਦੁਆਰੇ ਸਾਹਿਬ ਬਣੇ ਹੋਏ ਨੇ।
ਇੰਜ ਨਾਸ਼ ਕਰਨਾ ਚਾਹਿਆ ਸੀ ਤ੍ਰਿਸ਼ਟ ਬੁੱਧੀ ਨੇ, ਪਰ ਉਹਦਾ ਆਪਦਾ ਨਾਸ਼ ਹੋ ਗਿਆ। ਆਪਣਾ ਘਰ ਲੋਕੀ ਜਾਰੇ, ਪਰ ਤ੍ਰਿਸ਼ਟ ਬੁੱਧੀ ਨੇ ਆਪਣਾ ਹੀ ਈਰਖਾ ਰੂਪੀ ਚੁਆਤੀ ਲਾ ਕੇ ਸਾੜ ਲੈਣਾ ਕੀਤਾ ਸੀ। ਇਹ ਸਾਖੀ ਸਾਧ ਸੰਗਤ ਜੀ ਜੇ ਨਾ ਸੁਣਾਈ ਤਾਂ ਪੰਕਤੀ ਦਾ ਭਾਵ ਅਰਥ ਸਪਸ਼ਟ ਨਹੀਂ ਹੋਏਗਾ। ਇਹਦੀ ਸਾਖੀ ਜ਼ਿਕਰਯੋਗ ਹੈ। ਚੰਦਰਹਾਸ ਦਾ ਪਿਤਾ ਸੀ ਸੁਧਰਮਾ, ਜਿਹੜਾ ਕਰਾਲ ਦੇਸ਼ ਦਾ ਰਾਜਾ ਹੋਇਆ, ਬੜਾ ਦਿਆਲੂ, ਗਰੀਬਾਂ ਦੀ ਤਰਸ ਕਰਨ ਵਾਲਾ ਤੇ ਪ੍ਰਜਾ ਦਾ ਪਾਲਕ ਸੀਗਾ। ਇਸੇ ਕਰਕੇ ਸਾਰੀ ਪ੍ਰਜਾ ਉਹਦਾ ਸਤਿਕਾਰ ਕਰਦੀ ਸੀ। ਸਾਰੇ ਮੰਤਰੀ ਅਹਿਲਕਾਰ ਆਗਿਆ ਦੇ ਵਿੱਚ ਰਾਜ ਭਾਗ ਦਾ ਕਾਰਜ ਕਰਦੇ ਸਨ। ਇਹਦੇ ਵਿੱਚ ਹੋਰਨਾਂ ਰਾਜਿਆਂ ਨਾਲੋਂ ਇਹ ਵਿਸ਼ੇਸ਼ਤਾ ਸੀ ਕਿ ਇਹਦੇ ਕੋਲ ਬਹਾਦਰ ਸੈਨਾ ਤੇ ਅਹਿਲਕਾਰਾਂ ਦੇ ਆਗਿਆਕਾਰ ਹੋਣ ਕਰਕੇ ਕਿਸੇ ਬਾਹਰਲੇ ਦੇਸ਼ ਦੇ ਰਾਜੇ ਨੂੰ ਇਹਦੇ ਉੱਪਰ ਹਮਲਾ ਕਰਨ ਦਾ ਹੀ ਨਹੀਂ ਸੀ ਪੈਂਦਾ। ਸਾਰੇ ਦੇਸ਼ਾਂ ਦੇ ਰਾਜੇ ਇਹਦੇ ਨਾਲ ਮਿੱਤਰ ਭਾਵ ਰੱਖਣਾ ਹੀ ਚੰਗਾ ਸਮਝਦੇ ਸਨ। ਰਾਜਾ ਸੁਧਰਮਾ ਬਹੁਤ ਸੰਤ ਸੇਵੀ ਸੀ। ਇਹਨੇ ਆਪਣੇ ਰਾਜ ਵਿੱਚ ਥਾਂ ਥਾਂ ਭੰਡਾਰੇ ਖੋਲ੍ਹ ਰੱਖੇ ਸਨ। ਰਾਹੀ ਮੁਸਾਫਰਾਂ ਦੇ ਠਹਿਰਨ ਲਈ ਸਰਾਵਾਂ, ਪੀਣ ਲਈ ਪਾਣੀ, ਖੂਹ ਆਦਿ ਦਾ ਪ੍ਰਬੰਧ ਕੀਤਾ ਹੋਇਆ ਸੀ। ਇਸੇ ਕਰਕੇ ਸਾਰੇ ਸੁੱਖ ਆਨੰਦ ਹੋਣ ਕਰਕੇ ਖੁਸ਼ਹਾਲੀ ਹਰ ਪਾਸੇ ਨਜ਼ਰ ਆ ਰਹੀ ਸੀ। ਪਰਮੇਸ਼ਰ ਦੀ ਦਇਆ ਸਦਕਾ ਹੋਰ ਤਾਂ ਸਾਰੇ ਸੁੱਖ ਪ੍ਰਾਪਤ ਸਨ, ਪਰ ਔਰਤ ਈਮਾਨ, ਦੌਲਤ ਗੁਜ਼ਰਾਨ ਤੇ ਪੁੱਤਰ ਨਿਸ਼ਾਨ, ਕਰਨੀ ਪ੍ਰਦਾਨ ਕਿਆ ਹਿੰਦੂ ਕਿਆ ਮੁਸਲਮਾਨ। ਇਹ ਕਹਾਵਤ ਦੇ ਅਨੁਸਾਰ ਇੱਕੋ ਇੱਕ ਸੰਸਾਰ ਦੇ ਵਿੱਚ ਨਿਸ਼ਾਨ ਰੂਪ ਮਿੱਠੀ ਦਾਤ, ਪੁੱਤਰ ਮਿੱਠੜੇ ਮੇਵੇ, ਪਾਪ ਪੁੱਤਰ ਦੀ ਪ੍ਰਾਪਤੀ ਨਹੀਂ ਸੀ ਹੋਈ। ਰਾਜਾ ਸੁਧਰਮਾ ਨੇ ਪੁੱਤਰ ਪ੍ਰਾਪਤੀ ਲਈ ਬੜੇ ਯਤਨ ਕੀਤੇ। ਸਾਲਾਂ ਮੱਧੀ ਸਦਾ ਵਰਤ ਲਾਈ ਰੱਖੇ, ਕਈ ਯਾਗ ਕੀਤੇ, ਬਹੁਤ ਵੱਡੇ ਭੰਡਾਰੇ ਕੀਤੇ, ਅਨੇਕਾਂ ਸਾਧੂ ਮਹਾਤਮਾ ਨੂੰ ਭੋਜਨ ਛਕਾਇਆ, ਪਰ ਹਰ ਪਾਸਿਓਂ ਰਾਜਾ ਸੁਧਰਮਾ ਨੂੰ ਨਿਰਾਸ਼ਤਾ ਦਾ ਹੀ ਮੂੰਹ ਵੇਖਣਾ ਪਿਆ। ਅਖੀਰ ਇੰਨਾ ਕੁਝ ਕਰਨ ਤੇ ਵੀ ਜਦ ਪੁੱਤਰ ਦੀ ਪ੍ਰਾਪਤੀ ਨਹੀਂ ਹੋਈ ਤਾਂ ਦਿਲ ਵਿੱਚ ਬਹੁਤ ਨਿਰਾਸ਼ਤਾ ਹੋਈ। ਭੋਜਨ ਖਾਣਾ ਵੀ ਚੰਗਾ ਨਾ ਲੱਗਿਆ ਕਰੇ। ਇਸੇ ਪ੍ਰਕਾਰ ਬੜੀ ਉਦਾਸਤਾਈ ਵਿੱਚ ਸਮਾਂ ਬੀਤਦਾ ਗਿਆ। ਕੁਝ ਸਮੇਂ ਬਾਅਦ ਬੜੇ ਬੇਤਰਾਗੀ ਤਿਆਗੀ ਫਕੀਰ ਇਹਦੀ ਰਾਜਧਾਨੀ ਵਿੱਚ ਆਣ ਪਹੁੰਚੇ। ਜਿੱਥੇ ਉਹ ਠਹਿਰੇ ਉੱਥੇ ਸਵੇਰੇ ਸ਼ਾਮ ਦੋ ਵਕਤ ਪਰਮੇਸ਼ਰ ਦੀ ਜਸ ਰੂਪ ਕਥਾ ਤੇ ਕੀਰਤਨ ਹੋਣ ਲੱਗ ਪਿਆ। ਦੂਰ ਦਰੇਡਿਓਂ ਸਾਰੀਆਂ ਸੰਗਤਾਂ ਫਕੀਰਾਂ ਦੇ ਦੀਦਾਰ ਕਰਨ ਲਈ ਆਉਣੀਆਂ ਸ਼ੁਰੂ ਹੋ ਗਈਆਂ। ਸਭ ਸੰਗਤਾਂ ਆਪਣੀਆਂ ਕਾਮਨਾਵਾਂ ਪੂਰੀਆਂ ਕਰਕੇ ਜਾਂਦੀਆਂ ਸਨ। ਜਦ ਇਹ ਗੱਲ ਸੁਧਰਮਾ ਰਾਜੇ ਕੋਲ ਪਹੁੰਚੀ, ਬਹੁਤੇ ਯਤਨ ਕਰਨ ਦੇ ਬਾਵਜੂਦ ਪੁੱਤਰ ਨਾ ਪ੍ਰਾਪਤੀ ਦੇ ਕਾਰਨ ਭਾਵੇਂ ਰਾਜੇ ਨੂੰ ਉਮੀਦ ਤਾਂ ਨਹੀਂ ਸੀ, ਪਰੰਤੂ ਆਪਣੇ ਸੂਝਵਾਨ ਸਲਾਹਕਾਰਾਂ ਦੇ ਆਖਣ ਤੋਂ ਤੇ ਹੋਰਨਾਂ ਦੇ ਕੋਲੋਂ ਉਹਨਾਂ ਤਿਆਗੀ ਫਕੀਰਾਂ ਦੀ ਮਹਿਮਾ ਸੁਣ ਕੇ ਰਾਜੇ ਨੇ ਇੱਕ ਦਿਨ ਫਕੀਰਾਂ ਕੋਲ ਜਾਣ ਦੀ ਸਲਾਹ ਬਣਾ ਲਈ। ਨੀਅਤ ਦਿਨ ਤੇ ਸਾਰੇ ਕਾਰਜ ਛੱਡ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪਰਮੇਸ਼ਰ ਨੂੰ ਸਿਮਰਿਆ ਅਤੇ ਅਹਿਲਕਾਰਾਂ ਦੇ ਰਾਣੀਆਂ ਦੇ ਸਮੇਤ ਨੰਗੇ ਪੈਰੀ ਬੇਅੰਤ ਤਰ੍ਹਾਂ ਦੀਆਂ ਸੁਗੰਧਾਂ ਭੇਟਾਂ ਵਜੋਂ ਲੈ ਕੇ ਉਹਨਾਂ ਤਿਆਗੀ ਫਕੀਰਾਂ ਦੇ ਅਸਥਾਨ ਤੇ ਪਹੁੰਚਿਆ। ਸੰਗਤਾਂ ਦੀ ਵਿਸ਼ਾਲ ਇਕੱਤਰਤਾ ਸੀ। ਦੀਵਾਨ ਸਜਿਆ ਹੋਇਆ ਸੀ। ਸੰਤ ਜਨ ਆਪਣੇ ਪਿਤਰ ਮੁਖਾਰ ਬੇਨ ਤੋਂ ਹਰੀ ਪ੍ਰਾਪਤੀ ਸੰਬੰਧੀ ਬਚਨ ਉਚਾਰਨ ਕਰਦੇ ਹੋਏ ਨਾਮ ਸਿਮਰਨ ਦਾ ਉਪਦੇਸ਼ ਦੇ ਰਹੇ ਸਨ। ਰਾਜਾ ਸੁਧਰਮਾ ਵੀ ਜਾ ਕੇ ਸੰਗਤ ਵਿੱਚ ਬੈਠ ਗਿਆ। ਸੰਤਾਂ ਦੇ ਨਾਮ ਬਾਣੀ ਵਾਲੇ ਪਵਿੱਤਰ ਬਚਨਾਂ ਨੂੰ ਸੁਣ ਕੇ ਮਨ ਵਿੱਚ ਸ਼ਾਂਤੀ ਪ੍ਰਾਪਤ ਹੋਈ। ਦੀਵਾਨ ਦੀ ਸਮਾਪਤੀ ਤੋਂ ਬਾਅਦ
ਸੰਤਾਂ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਚਰਨਾਂ 'ਤੇ ਮੱਥਾ ਟੇਕਿਆ ਔਰ ਲਿਆਂਦੀ ਹੋਈ ਕਾਰਪੇਟ ਅੱਗੇ ਰੱਖ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਕੇ ਮਹਿਲਾਂ ਵਿੱਚ ਮੰਡਲੀ ਸਮੇਤ ਭੋਜਨ ਖਾਣ ਲਈ ਸੰਤਾਂ ਨੂੰ ਮਨਾਉਣਾ ਕੀਤਾ। ਨਿਯਤ ਕੀਤੇ ਸਮੇਂ 'ਤੇ ਆਪ ਰਾਜਾ ਸੰਤਾਂ ਨੂੰ ਲੈਣ ਵਾਸਤੇ ਗਿਆ ਔਰ ਬੜੇ ਆਦਰ ਸਹਿਤ ਆਪਣੀ ਮਹਿਲਾਂ ਵਿੱਚ ਲਿਆ ਕੇ ਤਨੋਂ ਮਨੋਂ ਹੋ ਕੇ ਆਪਣੇ ਹੱਥੀਂ ਆਪ ਲੰਗਰ ਦੀ ਟਹਿਲ ਕਰਦਾ ਰਿਹਾ। ਇਹਦੀ ਟਹਿਲ ਵੇਖ ਕੇ ਸੰਤ ਬਹੁਤ ਦਿਆਲੂ ਹੋਏ ਅਤੇ ਕੋਲ ਬੁਲਾ ਕੇ ਕਹਿਣ ਲੱਗੇ ਕਿ ਹੇ ਰਾਜਨ, ਅਸੀਂ ਤੇਰੀ ਟਹਿਲ ਵੇਖ ਕੇ ਬਹੁਤ ਪ੍ਰਸੰਨ ਹੋਏ ਹਾਂ। ਜੋ ਇੱਛਾ ਧਾਰ ਕੇ ਸੇਵਾ ਕੀਤੀ ਉਹ ਦੱਸ, ਪਰਮੇਸ਼ਰ ਤੇਰੀ ਇੱਛਾ ਪੂਰੀ ਕਰੇਗਾ। ਪਹਿਲਾਂ ਤਾਂ ਰਾਜੇ ਨੇ ਸੰਕੋਚ ਕਰਦਿਆਂ ਜਵਾਬ ਦੇ ਦਿੱਤਾ। ਜਦ ਤੀਸਰੀ ਵਾਰ ਸੰਤਾਂ ਨੇ ਕਿਹਾ ਤਾਂ ਦੋਵੇਂ ਹੱਥ ਜੋੜ ਕੇ ਰਾਜਾ ਸੁਧਰਮਾ ਕਹਿਣ ਲੱਗਾ ਕਿ ਮਹਾਤਮਾ ਜੀਓ, ਪਰਮੇਸ਼ਰ ਦੀ ਮਿਹਰ ਨਾਲ ਧਨ ਪਦਾਰਥ ਵਡਿਆਈ ਆਦਿ ਸਭ ਕੁਝ ਹੈ। ਇੱਥੋਂ ਤੱਕ ਕਿ ਸਾਰੀ ਪ੍ਰਜਾ ਵੀ ਆਗਿਆਕਾਰ, ਪਰ ਇੱਕ ਸੰਤਾਨ ਦੀ ਘਾਟ ਹੈ। ਜੇਕਰ ਤੁਸੀਂ ਪ੍ਰਸੰਨ ਹੋਏ ਹੋ ਤਾਂ ਮਿਹਰ ਦੀ ਦ੍ਰਿਸ਼ਟੀ ਕਰਕੇ ਪੁੱਤਰ ਦੀ ਦਾਤ ਬਖਸ਼ੋ। ਮੈਂ ਬਥੇਰੇ ਯਤਨ ਕੀਤੇ ਨੇ, ਕੋਈ ਕਰਮਾਂ ਦਾ ਹੀ ਐਸਾ ਚੱਕਰ ਹੈ ਜੋ ਹਰ ਪਾਸਿਓਂ ਨਿਰਾਸ਼ਤਾ ਹੀ ਮੂੰਹ ਪਸਾਰੀ ਦ੍ਰਿਸ਼ਟੀ ਆ ਰਹੀ ਹੈ। ਪਰਮੇਸ਼ਰ ਦੀ ਮਿਹਰ ਨਾਲ ਆਪ ਜੈਸੇ ਸੰਤ ਮਹਾਂਪੁਰਖ ਨਾਲ ਮੇਲ ਹੋਇਆ। ਉਮੀਦ ਹੈ ਜੋ ਆਪ ਮਿਹਰ ਕਰਕੇ ਬਹੁਤੇ ਨਹੀਂ ਤਾਂ ਇੱਕ ਪੁੱਤਰ ਦੇ ਜ਼ਰੂਰੀ ਬਖਸ਼ਿਸ਼ ਕਰੋ। ਰਾਜੇ ਦੀਆਂ ਅਜਿਹੀਆਂ ਨਿਮਰਤਾ ਪੂਰਵਕ ਬੇਨਤੀਆਂ ਔਰ ਉਸ ਦੀ ਸੇਵਾ ਦਾ ਖਿਆਲ ਕਰਦੇ ਹੋਏ ਮਹਾਂਪੁਰਖ ਨੇਤਰ ਬੰਦ ਕਰਕੇ ਕੁਝ ਸਮਾਂ ਚੁੱਪ ਰਹੇ। ਥੋੜੀ ਦੇਰ ਬਾਅਦ ਨੇਤਰ ਖੋਲੇ ਤੇ ਕਹਿਣ ਲੱਗੇ ਕਿ ਹੇ ਰਾਜਨ, ਤੇਰੇ ਕਰਮਾਂ ਸੰਤਾਨ ਨਹੀਂ ਹੈ, ਪਰ ਤੂੰ ਸੰਤ ਮੰਡਲੀ ਦੀ ਸੇਵਾ ਕੀਤੀ ਹੈ, ਇਸ ਕਰਕੇ ਤੇਰੇ ਗ੍ਰਹਿ ਵਿਖੇ ਸੰਤਾਨ ਤਾਂ ਹੋ ਜਾਏਗੀ, ਪਰ ਤੂੰ ਉਸ ਦਾ ਸੁੱਖ ਨਹੀਂ ਵੇਖ ਸਕੇਂਗਾ, ਸਗੋਂ ਦੁੱਖਾਂ ਤਕਲੀਫਾਂ ਦਾ ਮੁਕਾਬਲਾ ਤੈਨੂੰ ਕਰਨਾ ਪਵੇਗਾ। ਇੱਥੋਂ ਤੱਕ ਕਿ ਤੂੰ, ਤੇਰੀ ਘਰਵਾਲੀ ਤੇ ਤੇਰਾ ਸਾਰਾ ਰਾਜ ਭਾਗ ਨਸ਼ਟ ਹੋ ਜਾਵੇਗਾ। ਸੰਤਾਂ ਮਹਾਤਮਾ ਦੇ ਕੋਲੋਂ ਅਜਿਹੇ ਭੈਦਾਇਕ ਬਚਨ ਸੁਣ ਕੇ ਰਾਜਾ ਸੁਧਰਮਾ ਪਹਿਲਾਂ ਤਾਂ ਬਹੁਤ ਡਰ ਗਿਆ। ਅਖੀਰ ਮਨ 'ਚ ਵਿਚਾਰ ਆਈ ਕਿ ਉਂਝ ਵੀ ਪੁੱਤਰ ਬਗੈਰ ਮਾਂ ਪਿਓ ਦਾ ਜੀਵਨ ਕਿਸ ਅਰਥ ਹੈ। ਜੇ ਅਸੀਂ ਮਰ ਵੀ ਗਏ ਤੇ ਰਾਜ ਭਾਗ ਵੀ ਨਸ਼ਟ ਹੋ ਗਿਆ, ਫਿਰ ਕੀ ਹੋ ਜਾਏਗਾ। ਅਖੀਰ ਮਰਨਾ ਤਾਂ ਸਾਰਿਆਂ ਨੇ ਹੈ, ਪੁੱਤਰ ਹੋਣ ਕਰਕੇ ਸੰਸਾਰ 'ਚ ਨਾਮ ਤਾਂ ਰਹਿ ਜਾਏਗਾ। ਇਉਂ ਜਿਹੜੀ ਚੀਜ਼ ਧੱਕੇ ਨਾ ਲਈਏ ਉਹ ਫਿਰ ਮੁਸ਼ਕਿਲ 'ਚ ਪਾਉਂਦੀ ਹੈ। ਜਿਹੜਾ ਰੱਬ ਆਪਦੀ ਮਰਜ਼ੀ ਨਾਲ ਦੇਵੇ ਉਹ ਸੁੱਖ ਵਾਲੀ ਹੁੰਦੀ ਹੈ। ਇਹਨਾਂ ਵਿਚਾਰਾਂ ਨੂੰ ਮੁੱਖ ਰੱਖ ਕੇ ਰਾਜਾ ਸੁਧਰਮਾ ਨੇ ਮਹਾਤਮਾ ਦੇ ਕੋਲ ਬੇਨਤੀ ਕੀਤੀ ਕਿ ਸਾਰੀਆਂ ਕਠਿਨਾਈਆਂ ਮੈਨੂੰ ਮਨਜ਼ੂਰ ਨੇ, ਪਰ ਪੁੱਤਰ ਜ਼ਰੂਰ ਹੋਣਾ ਚਾਹੀਦਾ। ਰਾਜਾ ਸੁਧਰਮਾ ਦੇ ਬਚਨ ਸੁਣ ਕੇ ਸੰਤਾਂ ਦੀ ਮੰਡਲੀ ਨੇ ਕਿਹਾ ਕਿ ਹੇ ਰਾਜਨ, ਤੇਰੇ ਗ੍ਰਹਿ ਵਿੱਚ ਸੰਤਾਨ ਹੋ ਜਾਏਗੀ, ਕਿਉਂਕਿ ਤੂੰ ਸੰਤਾਂ ਮਹਾਤਮਾ ਤੇ ਸੰਗਤ ਦੀ ਬਹੁਤ ਟਹਿਲ ਕੀਤੀ ਹੈ। ਐਸੇ ਬਚਨ ਕਹਿ ਕੇ ਸੰਤ ਮਹਾਂਪੁਰਖ ਚਲੇ ਗਏ। ਸਮਾਂ ਪਾ ਕੇ ਰਾਜਾ ਸੁਧਰਮਾ ਦੀ ਗ੍ਰਹਿ ਵਿਖੇ ਇੱਕ ਸੁੰਦਰ ਲੜਕੇ ਨੇ ਜਨਮ ਲਿਆ, ਜਿਹਨੂੰ ਵੇਖਦਿਆਂ ਹੀ ਭੁੱਖ ਲੈ ਜਾਂਦੀ ਸੀ। ਰਾਜਪੁੱਤਰ ਦੇ ਪੈਦਾ ਹੋਣ ਕਰਕੇ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਗਰੀਬਾਂ, ਸੰਤਾਂ, ਫਕੀਰਾਂ, ਲੋੜਵੰਦਾਂ ਨੂੰ ਪਦਾਰਥ ਵੰਡੇ ਗਏ। ਇੱਕ ਦਿਨ ਰਾਜਾ ਸੁਧਰਮਾ ਨੂੰ ਮਹਿਲ ਵਿੱਚ ਬੈਠਿਆਂ ਸੰਤਾਂ ਮਹਾਤਮਾ ਦੇ ਬਚਨ ਯਾਦ ਆ ਗਏ, ਜੋ ਬਚਨ ਸੰਤਾਂ ਨੇ ਆਖੇ ਸਨ ਕਿ ਪੁੱਤਰ ਪੈਦਾ ਹੋਣ ਤੋਂ ਮਾਂ ਪਿਓ ਮਰ ਜਾਣਗੇ ਤੇ ਰਾਜ ਭਾਗ ਨਸ਼ਟ ਹੋ ਜਾਏਗਾ। ਇਸ ਗੱਲ ਨੂੰ ਨਿਸ਼ਚੈ ਕਰਨ ਵਾਸਤੇ ਜੋਸ਼ੀਆਂ ਨੂੰ ਪੁੱਛਣਾ ਚਾਹੀਦਾ। ਇਸ ਤਰ੍ਹਾਂ ਵਿਚਾਰ ਕੇ ਜੋਸ਼ੀਆਂ ਨੂੰ ਬੁਲਾ ਕੇ ਕਹਿਣ ਲੱਗਾ ਕਿ ਇਸ ਬੱਚੇ ਦੀ ਲਗਨ ਕੁੰਡਲੀ ਬਣਾ ਕੇ ਦੱਸੋ। ਇਹਦੀ ਲਗਨ ਕੁੰਡਲੀ ਵਿੱਚ ਕੀ ਔਗਣ ਤੇ ਕੀ ਗੁਣ ਲਿਖਿਆ ਹੋਇਆ ਹੈ। ਚੰਗੀ ਤਰ੍ਹਾਂ ਵੇਖ ਕੇ ਸਾਰਾ ਹਾਲ ਦੱਸੋ ਤੇ ਇਹ ਵੀ ਦੱਸੋ ਕਿ ਇਹਦਾ ਨਾਂ ਕੀ ਰੱਖਣਾ ਚਾਹੀਦਾ। ਰਾਜਾ ਸੁਧਰਮਾ ਦੇ ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ ਜੋਸ਼ੀਆਂ ਨੇ ਕਿਹਾ ਕਿ ਹੇ ਰਾਜਨ, ਚੰਦਰਮਾ ਦੀ ਨਿਆਈ ਇਸ ਬਾਲਕ ਦਾ ਮੁਖੜਾ ਬੜਾ ਸੁੰਦਰ ਅਤੇ ਖਿੜਾ ਵਾਲਾ ਹੈ, ਇਸ ਲਈ ਇਸ ਦਾ ਨਾਮ ਰੱਖੋ ਚੰਦਰਹਾਸ।
ਚੰਦਰਹਾਸ ਹੀ ਰੱਖਣਾ ਚਾਹੀਦਾ। ਫਿਰ ਜੋਸ਼ੀਆਂ ਨੇ ਚੰਦਰਹਾਸ ਦੀ ਲਗਨ ਕੁੰਡਲੀ ਬਣਾ ਕੇ ਜੋਤਿਸ਼ ਲਗਾ ਕੇ ਕਿਹਾ ਕਿ ਇਹ ਰਾਜਨ, ਜਿੱਥੇ ਵੱਡੇ ਭਾਰੀ ਗੁਣ ਨੇ ਉੱਥੇ ਨਾਲ ਔਗਣ ਵੀ ਬਹੁਤ ਭਾਰੀ ਨੇ। ਗੁਣ ਤਾਂ ਇਹ ਨੇ ਕਿ ਇਹ ਪਰਮੇਸ਼ਰ ਦੀ ਭਗਤੀ ਕਰਨ ਵਾਲਾ ਪਿਆਰਾ ਭਗਤ ਹੋਵੇਗਾ, ਸੰਸਾਰ 'ਚ ਬੜਾ ਤੇਜ ਪ੍ਰਤਾਪੀ ਨਿਆਂਕਾਰੀ ਪ੍ਰਜਾ ਪਾਲਕ ਰਾਜਾ ਵੀ ਹੋਵੇਗਾ, ਰਾਜ ਕਰੇਗਾ। ਦੂਜਾ ਇਹਦੀ ਚੌਗਣ ਇਹ ਹੈ ਕਿ ਇਹਦੇ ਪੈਦਾ ਹੋਣ ਨਾਲ ਤੁਹਾਡੇ ਜੀਵਨ ਦਾ ਸਮਾਂ ਥੋੜ੍ਹਾ ਰਹਿ ਗਿਆ ਅਤੇ ਤੁਹਾਡਾ ਰਾਜ ਵੀ ਥੋੜ੍ਹੇ ਸਮੇਂ ਬਾਅਦ ਨਸ਼ਟ ਹੋ ਜਾਵੇਗਾ। ਇਸ ਤਰ੍ਹਾਂ ਦੀ ਲਗਨ ਕੁੰਡਲੀ ਸੁਣ ਕੇ ਰਾਜਾ ਸੁਧਰਮਾ ਨੂੰ ਨਿਸ਼ਚਾ ਹੋ ਗਿਆ ਕਿ ਜੋ ਬਚਨ ਸੰਤਾਂ ਨੇ ਕਹੇ ਸਾਨੂੰ ਠੀਕ ਨਹੀਂ। ਸਮਾਂ ਬੀਤਦਿਆਂ ਕੋਈ ਪਤਾ ਨਹੀਂ ਲੱਗਦਾ। ਥੋੜ੍ਹੇ ਸਮੇਂ ਬਾਅਦ ਕੰਤੂਹਲ ਨਾਮੀ ਰਾਜਾ ਆਪਣੀਆਂ ਫੌਜਾਂ ਸਮੇਤ ਸੁਧਰਮਾ ਰਾਜੇ ਦੀ ਚੜ੍ਹਾਈ ਕਰਕੇ ਆ ਗਿਆ। ਸੁਧਰਮਾ ਨੇ ਇੱਧਰੋਂ ਪ੍ਰਜਾ ਦੀ ਰੱਖਿਆ ਕਰਨ ਲਈ ਕਾਫੀ ਫੌਜਾਂ ਭੇਜੀਆਂ। ਕਈ ਦਿਨ ਬਹੁਤ ਘਮਸਾਨ ਦਾ ਯੁੱਧ ਹੁੰਦਾ ਰਿਹਾ, ਜਿਹਦੇ ਵਿੱਚ ਰਾਜਾ ਸੁਧਰਮਾ ਦੀ ਬਹੁਤ ਸਾਰੀ ਫੌਜ ਮਾਰੀ ਗਈ। ਬਹੁਤ ਸਾਰੀ ਫੌਜ ਦੇ ਮਾਰੇ ਜਾਣ 'ਤੇ ਰਾਜਾ ਸੁਧਰਮਾ ਨੇ ਸੋਚਿਆ ਕਿ ਮੇਰਾ ਹੁਣ ਰਾਜ ਮਹਿਲਾਂ 'ਚ ਬੈਠਣਾ ਧਰਮ ਨਹੀਂ ਹੈ। ਹੁਣ ਮੈਨੂੰ ਵੀ ਦੁਸ਼ਮਣ ਦੀ ਫੌਜ ਨਾਲ ਟਾਕਰਾ ਕਰਨ ਲਈ ਜਾਣਾ ਚਾਹੀਦਾ। ਇਹ ਸੋਚ ਕੇ ਰਾਜਾ ਰਾਣੀ ਨੂੰ ਕਹਿਣ ਲੱਗਾ ਕਿ ਫੌਜ ਕਾਫੀ ਮਰ ਚੁੱਕੀ ਹੈ, ਹੁਣ ਮੈਨੂੰ ਆਪ ਜਾ ਕੇ ਯੁੱਧ ਕਰਨਾ ਚਾਹੀਦਾ। ਬਾਕੀ ਰਹੀ ਜਿੱਤ ਤੇ ਹਾਰ ਦੀ ਗੱਲ, ਉਹ ਪਰਮੇਸ਼ਰ ਦੇ ਵੱਸ ਹੈ। ਪਤਾ ਨਹੀਂ ਹਾਰ ਹੋਣੀ ਹੈ ਕਿ ਜਿੱਤ ਹੋਣੀ ਹੈ। ਦੂਜਾ, ਸਰੀਰ ਦਾ ਵੀ ਕੋਈ ਪਤਾ ਨਹੀਂ ਬਚੇਗਾ ਕਿ ਨਹੀਂ। ਇਸ ਲਈ ਰੱਬ ਨਾ ਕਰੇ ਜੇ ਮੈਂ ਮਰ ਗਿਆ ਤਾਂ ਇਸ ਬੱਚੇ ਦੀ ਚੰਗੀ ਤਰ੍ਹਾਂ ਤੂੰ ਪਰਵਰਿਸ਼ ਕਰਨੀ ਹੈ, ਕਿਸੇ ਕੋਲੋਂ ਘਾਟ ਨਾ ਰਹਿਣ ਦੇਣੀ। ਰਾਣੀ ਨੂੰ ਇੰਨਾ ਕਹਿ ਕੇ ਰਾਜਾ ਸੁਧਰਮਾ ਬਾਕੀ ਦੀ ਫੌਜ ਨੂੰ ਨਾਲ ਲੈ ਕੇ ਯੁੱਧ ਭੂਮੀ 'ਚ ਆਣ ਪਹੁੰਚਿਆ। ਉੱਥੇ ਬੜਾ ਘਮਸਾਨ ਦਾ ਯੁੱਧ ਹੋਇਆ ਔਰ ਅਖੀਰ ਰਾਜਾ ਲੜਦਾ ਲੜਦਾ ਮਰ ਗਿਆ। ਇੱਧਰ ਜਿਸ ਵਕਤ ਰਾਜਾ ਸੁਧਰਮਾ ਦੀ ਰਾਣੀ ਨੂੰ ਪਤਾ ਲੱਗਿਆ ਕਿ ਪਤੀ ਦਾ ਮੇਰਾ ਮਰ ਚੁੱਕਾ ਹੈ, ਉਹਨੇ ਬਹੁਤ ਰੋਣਾ ਕੀਤਾ ਅਤੇ ਸੋਚਣ ਲੱਗੀ ਹੁਣ ਮੇਰਾ ਜੱਗ 'ਚ ਰਹਿਣਾ ਵਿਅਰਥ ਹੈ। ਜੇ ਮੈਂ ਦੁਸ਼ਮਣਾਂ ਦੇ ਹੱਥ ਆ ਗਈ ਤਾਂ ਕਿਤੇ ਮੇਰਾ ਪਤ ਵਰਤਾ ਧਰਮ ਨਾ ਚਲਿਆ ਜਾਵੇ। ਰਾਜੇ ਦੇ ਪਿੱਛੋਂ ਪਤਾ ਨਹੀਂ ਕਿਹੜੀ ਕਿਹੜੀ ਔਕੜ ਦਾ ਮੂੰਹ ਤੱਕਣਾ ਪਵੇਗਾ। ਇਹ ਵਿਚਾਰ ਦੇ ਕੇ ਆਪਣਾ ਪੁੱਤਰ ਚੰਦਰਹਾਸ ਤੇ ਕੁਝ ਧਨ ਇੱਕ ਗੋਲੀ ਨੂੰ ਦੇ ਦਿੱਤਾ ਤੇ ਕਹਿਣ ਲੱਗੀ ਤੂੰ ਇਹਦੀ ਸਾਂਭ ਸੰਭਾਲ ਕਰਨੀ ਹੈ, ਅੱਗੇ ਜੋ ਪਰਮੇਸ਼ਰ ਨੂੰ ਭਾਇਆ ਉਹ ਹੋ ਜਾਵੇਗਾ। ਗੋਲੀ ਨੂੰ ਇਹ ਕਹਿ ਕੇ ਰਾਣੀ ਆਪ ਹੀ ਆਪਣੇ ਪੇਟ 'ਚ ਕਟਾਰੀ ਮਾਰ ਕੇ ਮਰ ਗਈ। ਦੂਸਰਾ, ਇਹ ਵੀ ਮੰਨਿਆ ਜਾਂਦਾ ਹੈ ਕਿ ਰਾਣੀ ਰਾਜੇ ਦੇ ਨਾਲ ਸਤੀ ਹੋ ਗਈ ਸੀ। ਜਿਹੜੀ ਗੋਲੀ ਸੀ ਉਹ ਚੰਦਰਹਾਸ ਬੱਚੇ ਨੂੰ ਮਹਿਲਾਂ ਵਿੱਚੋਂ ਆਪਣੇ ਘਰ ਲੈ ਗਈ। ਇੱਕ ਦਿਨ ਗੋਲੀ ਨੇ ਆਪਣੇ ਘਰ ਬੈਠੀ ਨੇ ਸੋਚਿਆ ਕਿ ਹੁਣ ਇਹ ਰਾਜ ਭਾਗ ਰਾਜੇ ਕੰਤੂਹਲ ਦਾ ਹੋ ਚੁੱਕਿਆ। ਹੋ ਸਕਦਾ ਹੈ ਕਿ ਉਹ ਆਪਣੇ ਵੈਰੀ ਦਾ ਪੁੱਤਰ ਜਾਣਗੇ, ਕਿਤੇ ਪਤਾ ਲੱਗਣ ਤੋਂ ਇਹਨੂੰ ਮਾਰ ਹੀ ਨਾ ਦੇਵੇ। ਇਸ ਲਈ ਇੱਥੇ ਇਸ ਦੇਸ਼ 'ਚ ਰਹਿਣਾ ਹੁਣ ਠੀਕ ਨਹੀਂ ਹੈ। ਇਹ ਵਿਚਾਰ ਕਰਕੇ ਉਦਾਸੀ ਚੰਦਰਹਾਸ ਨੂੰ ਨਾਲ ਲੈ ਕੇ ਅਤੇ ਰਾਣੀ ਦਾ ਦਿੱਤਾ ਹੋਇਆ ਸਾਰਾ ਧਨ ਲੁਕਵੀਂ ਥਾਂ ਬੰਨ੍ਹ ਕੇ ਉਸ ਦੇਸ਼ ਵਿੱਚੋਂ ਨਿਕਲਣ ਲਈ ਰਾਤੋਂ ਰਾਤ ਪਰਮੇਸ਼ਰ ਦਾ ਆਸਰਾ ਗ੍ਰਹਿਣ ਕਰਦੀ ਉੱਥੋਂ ਨਿਕਲ ਤੁਰੀ। 4-5 ਦਿਨਾਂ ਬਾਅਦ ਜਦ ਕਿਸੇ ਹੋਰ ਨਗਰ ਵਿੱਚ ਪਹੁੰਚੀ ਤਾਂ ਕਿਸੇ ਨੂੰ ਪੁੱਛਿਆ ਕਿ ਰਾਜੇ ਕਿਹੜੇ ਰਾਜੇ ਦਾ ਨਗਰ ਹੈ, ਤਾਂ ਕਿਸੇ ਨੇ ਕਿਹਾ ਕਿ ਕੰਤੂਹਲ ਰਾਜੇ ਦਾ ਹੈ। ਤਾਂ ਦਾਸੀ ਨੇ ਸੋਚਿਆ ਕਿ ਇੱਥੇ ਰਹਿਣਾ ਤਾਂ ਉਹਦੇ ਨਾਲੋਂ ਵੀ ਖਤਰਨਾਕ ਹੈ, ਇਸ ਲਈ ਇੱਥੇ ਰਹਿਣਾ ਠੀਕ ਨਹੀਂ ਹੈ। ਉਸ ਵੇਲੇ ਉੱਥੋਂ ਕਿਸੇ ਹੋਰ ਪਾਸੇ ਵੱਲ ਨੂੰ ਚੱਲ ਪਈ। ਤੁਰਦੀ ਤੁਰਦੀ ਤ੍ਰਿਸ਼ਟ ਬੁੱਧੀ ਨਾਮੀ ਰਾਜੇ ਦੇ ਦੇਸ਼ ਵਿੱਚ ਜਾ ਪਹੁੰਚੇ, ਜੋ ਰਾਜੇ ਕੰਤੂਹਲ ਦੇ ਕੋਲ ਟੈਕਸ ਭਰਿਆ ਕਰਦਾ ਸੀ। ਚੰਦਰਹਾਸ ਦੀ ਰੱਖਿਆ ਲਈ ਆਪਣੇ ਸੁੱਖ ਦਾ ਨਾ ਖਿਆਲ ਕਰਦਿਆਂ ਸ਼ਹਿਰ ਵਿੱਚ ਨਹੀਂ ਸਗੋਂ ਬਾਹਰ ਜੰਗਲ ਵਿੱਚ, ਜਿੱਥੇ ਬੜੇ ਮੀਤ ਰਾਗ ਸੰਤ ਜਾਂਦਿਆ ਕਰਦੇ ਸਨ, ਵੈਰਾਗੀ ਮਹਾਤਮਾ ਉੱਥੇ ਆ ਕੇ ਸੰਤਾਂ ਕੋਲ ਰੋ ਰੋ ਕੇ ਆਪਣੀ ਸਾਰੀ ਵਾਰਤਾ ਕਹਿ ਸੁਣਾਈ ਅਤੇ ਉੱਥੇ ਹੀ ਰਹਿਣ ਦਾ ਸੰਕਲਪ ਬਣਾ ਕੇ ਬੇਨਤੀ ਕੀਤੀ ਕਿ ਇਹ ਸੰਤ ਜਨੋ, ਆਪ ਪਰਮੇਸ਼ਰ ਦੇ ਪਿਆਰੇ ਹੋ, ਮਿਹਰ ਕਰਕੇ ਆਪ ਜੀ ਮੈਨੂੰ ਇੱਥੇ ਆਪਣੀ ਸ਼ਰਨ ਵਿੱਚ ਰਹਿਣ ਲਈ ਆਗਿਆ ਦੇਵੋ।
ਉਹਦੀ ਦੁਖਦਾਇਕ ਅਵਸਥਾ ਵੇਖ ਕੇ ਕਿਰਪਾਲੂ ਸੰਤਾਂ ਨੇ ਉਹਨੂੰ ਕੋਲ ਰਹਿਣ ਦੀ ਆਗਿਆ ਦੇ ਦਿੱਤੀ। ਸੰਤਾਂ ਦੀ ਆਗਿਆ ਲੈ ਕੇ ਦਾਸੀ ਸੰਤਾਂ ਦੇ ਕੋਲ ਰਹਿਣ ਲੱਗ ਪਈ ਅਤੇ ਤਨੋਂ ਮਨੋਂ ਸੰਤਾਂ ਦੀ ਸੇਵਾ ਕਰਦੀ ਰਹੀ ਅਤੇ ਉਦਮ ਕਰਕੇ ਆਪਣੇ ਰਹਿਣ ਲਈ ਇੱਕ ਵੱਖਰੀ ਝੌਂਪੜੀ ਵੀ ਪਾ ਲਈ। ਇਸੇ ਪ੍ਰਕਾਰ ਸੰਤਾਂ ਦੀ ਸੇਵਾ ਕਰਦਿਆਂ ਕੁਝ ਕੁ ਸਮਾਂ ਬਤੀਤ ਹੋ ਗਿਆ, ਪਰ ਥੋੜੇ ਸਮੇਂ ਬਾਅਦ ਦਾਸੀ ਦੀ ਉਮਰ ਵੀ ਪੂਰੀ ਹੋਣ ਤੋਂ ਦਾਸੀ ਵੀ ਮਰ ਗਈ ਤੇ ਚੰਦਰਹਾਸ ਦੀ ਸਾਰੀ ਪਰਵਿਸ਼ ਆਪ ਹੀ ਸੰਤ ਮਹਾਤਮਾ ਕਰਨ ਲੱਗ ਪਏ। ਪੂਰਬਲੇ ਸ੍ਰੇਸ਼ਟ ਕਰਮਾਂ ਤੇ ਮਹਾਤਮਾ ਜਨਾਂ ਦੀ ਸੰਗਤ ਦੇ ਪ੍ਰਤਾਪ ਕਰਕੇ ਚੰਦਰਹਾਸ ਛੋਟੀ ਉਮਰ ਵਿੱਚ ਸੰਤਾਂ ਮਹਾਤਮਾ ਦੀ ਰੀਸ ਕਰਨ ਲੱਗ ਪਿਆ ਸੀ। ਭਾਵ ਸੰਤਾਂ ਦੀ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣ ਕਰਕੇ ਸੰਤਾਂ ਦੀ ਤਰ੍ਹਾਂ ਅੱਖਾਂ ਬੰਦ ਕਰਕੇ ਬੈਠਣ ਲੱਗ ਪਿਆ ਸੀ। ਇੱਕ ਦਿਨ ਸੰਤਾਂ ਨੇ ਚੰਦਰਹਾਸ ਦੀ ਲਗਨ ਵੇਖ ਕੇ ਕਿਹਾ ਕਿ ਇਹ ਪੁੱਤਰ ਇਸ ਤਰ੍ਹਾਂ ਅੱਖਾਂ ਬੰਦ ਕਰਕੇ ਵਿਹਲਾ ਨਾ ਬੈਠਿਆ ਕਰ, ਪਰਮੇਸ਼ਰ ਦਾ ਨਾਮ ਜਪਿਆ ਕਰ। ਸੰਤਾਂ ਦੇ ਕਹਿਣ ਤੇ ਚੰਦਰਹਾਸ ਸਿਮਰਨ ਕਰਨ ਲੱਗ ਪਿਆ। ਇੰਜ ਸੰਤਾਂ ਦੇ ਕੋਲ ਰਹਿੰਦਿਆਂ ਭਜਨ ਸਿਮਰਨ ਦੇ ਵਿੱਚ ਚੰਦਰਹਾਸ ਦੇ ਚੰਗੇ ਦਿਨ ਬਤੀਤ ਹੁੰਦੇ ਗਏ। ਜਿੱਥੇ ਕਿਤੇ ਸੰਤ ਮੰਡਲੀ ਭੋਜਨ ਛਕਣ ਜਾਂਦੀ ਨਾਲ ਹੀ ਚੰਦਰਹਾਸ ਤੁਰ ਜਾਂਦਾ ਸੀ। ਇੱਕ ਦਿਨ ਉਸ ਦੇਸ਼ ਦੇ ਰਾਜੇ ਤ੍ਰਿਸ਼ਟ ਬੁੱਧੀ ਨੇ ਬ੍ਰਹਮ ਭੋਜ ਕੀਤਾ। ਬੜੇ ਜੋਸ਼ੀ ਪੰਡਤ ਸਾਧੂ ਮਹਾਤਮਾ ਵੈਰਾਗੀ ਤਿਆਗੀ ਸਭਨਾਂ ਨੂੰ ਬ੍ਰਹਮ ਭੋਜ ਤੇ ਆਉਣ ਲਈ ਬੁਲਾਇਆ। ਉਸ ਮੌਕੇ ਉਹਨਾਂ ਮਹਾਤਮਾ ਨਾਲ ਚੰਦਰਹਾਸ ਵੀ ਗਿਆ। ਤਦੋਂ ਲਗਭਗ ਉਹ 5 ਸਾਲਾਂ ਦਾ ਹੋ ਚੁੱਕਾ ਸੀ, ਪਰ ਮਹਾਤਮਾ ਜਨਾਂ ਦੀ ਮਿਹਰ ਕਰਕੇ ਉਹਦੀ ਲਗਨ ਐਸੀ ਹੋ ਗਈ ਕਿ ਜੋ ਪੂਰਨ ਸੰਤਾਂ ਦੀ ਪੰਗਤ ਵਿੱਚ ਬੈਠਾ ਹੀ ਨਾਮ ਸਿਮਰਨ ਕਰੀ ਜਾਂਦਾ ਸੀ। ਜਿੱਥੇ ਆਪਣੀ ਸੰਤ ਮੰਡਲੀ ਨਾਲ ਚੰਦਰਹਾਸ ਬੈਠਾ ਸੀ, ਉੱਥੇ ਇਹਦੇ ਸਾਹਮਣੇ 4-5 ਵਿਦਵਾਨ ਬੈਠੇ ਆਪਸ ਵਿੱਚ ਵਿਚਾਰਾਂ ਕਰ ਰਹੇ ਸਨ। ਵਿਚਾਰਾਂ ਕਰਦਿਆਂ ਕਰਦਿਆਂ ਇੱਕ ਤ੍ਰੈਕਾਲਦਰਸ਼ੀ ਮਹਾਤਮਾ ਦੀ ਦ੍ਰਿਸ਼ਟੀ ਚੰਦਰਹਾਸ ਤੇ ਪੈ ਗਈ। ਉਸ ਦੇ ਮੱਥੇ ਦੇ ਲੇਖ ਪੜ੍ਹ ਕੇ ਉਹ ਮਹਾਤਮਾ ਜੀ ਹੱਸ ਪਏ। ਸਾਧ ਸੰਗਤ ਜੀਓ, ਮਹਾਂਪੁਰਖਾਂ ਦਾ ਹੁਕਮ ਹੈ ਕਿ ਮੱਥਾ ਨੰਗਾ ਨਹੀਂ ਰੱਖਣਾ ਚਾਹੀਦਾ, ਭਰਵੱਟਿਆਂ ਤੱਕ ਦਸਤਾਰ ਹੋਣੀ ਚਾਹੀਦੀ ਹੈ। ਕਿਉਂਕਿ ਜੇ ਮੱਥਾ ਨੰਗਾ ਹੋਊਗਾ ਤਾਂ ਹਰੇਕ ਬੰਦਾ, ਰੱਬ ਦਾ ਕੋਈ ਪਤਾ ਨਹੀਂ ਕਿਹਦੀ ਤੇ ਕਿੰਨੀ ਕਿਰਪਾ ਹੋਏ, ਉਹ ਮੱਥੇ ਦੇ ਲੇਖ ਪੜ੍ਹ ਲਊਗਾ। ਤੋ ਇਸ ਲਈ ਮਹਾਂਪੁਰਖਾਂ ਦਾ ਹੁਕਮ ਹੈ ਕਿ ਆਪ ਦਾ ਸਿਰ 10ਵਾਂ ਦੁਆਰ, ਸਿਰ ਤੇ ਹੱਥ ਨਾ ਕਿਸੇ ਨੂੰ ਰੱਖਣ ਦਿਓ। ਕੋਈ ਬਜ਼ੁਰਗ ਮਾਂ ਹੈ, ਪਿਓ ਹੈ, ਬਜ਼ੁਰਗ ਦਾਦਾ ਪੜਦਾਦਾ, ਉਹਨੂੰ ਵੀ ਬੇਨਤੀ ਕਰੋ ਵੀ ਹੱਥ ਜੋੜ ਕੇ ਫਤਿਹ ਬੁਲਾਓ। ਆਪਦੇ ਸੀਸ ਤੇ ਹੱਥ ਨਹੀਂ ਲਵਾਉਣਾ ਤੇ ਨਾ ਹੀ ਕਿਸੇ ਯਾਰੀ ਘਰ ਅੱਗੇ ਮੱਥਾ ਟੇਕਣਾ ਤੇ ਨਾ ਹੀ ਦਸਤਾਰ ਜਿਹੜੀ ਹੈ, ਦਸਤਾਰ ਤੋਂ ਬਗੈਰ ਸਿਰ ਨੰਗਾ ਨਹੀਂ ਕਰਨਾ। ਮੱਥੇ ਤੱਕ ਜੇ ਬੀਬੀ ਹੈ ਤੇ ਚੁੰਨੀ ਜਾਂ ਆਪਦੀ ਛੋਟੀ ਜਿਹੀ ਕੇਸਗੀ ਦੇ ਨਾਲ ਛੋਟੇ ਜਿਹੇ ਕੱਪੜੇ ਨਾਲ ਆਪਦਾ ਮੱਥਾ ਢੱਕ ਕੇ ਰੱਖੇ। ਮੱਥਾ ਤੇ ਸਿਰ ਢੱਕਿਆ ਲਾਜ਼ਮੀ ਹੋਣਾ ਚਾਹੀਦਾ। ਅੱਜ ਕੱਲ੍ਹ ਵੇਖੋ ਗਰਮੀ ਵੀ ਕਿੰਨੀ ਪੈ ਰਹੀ ਹੈ। ਆ ਜਿਹੜੇ ਪੰਡਤ ਹੁੰਦੇ ਨੇ, ਜਿੰਨਾ ਸਿਰ ਪੂਰਾ ਮਨਾਇਆ ਵੀ ਹੁੰਦਾ, ਉਹ ਵੀ ਗਿੱਲਾ ਜਿਹਾ ਤੌਲੀਆ ਕਰਕੇ ਸਿਰ ਤੇ ਰੱਖਦੇ ਨੇ। ਸਿਰ ਤਪਦਾ ਬੜੀ ਜਲਦੀ ਹੈ। ਸਾਡੇ ਸਿੰਘ ਦੇ ਇੱਕ ਸਿਰ ਨੂੰ ਬੁਖਾਰ ਚੜ੍ਹ ਗਿਆ, ਵਿਚਾਰਾ ਫਤਿਹ ਬੁਲਾ ਗਿਆ, ਪੱਕਾ ਹੀ ਸੰਸਾਰ ਤੋਂ ਕੂਚ ਕਰ ਗਿਆ। ਇਉਂ ਸਿਰ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੈ। ਸੰਤ ਮਹਾਤਮਾ ਤਾਂ ਸਿਰ ਵਿੱਚ ਮੱਖਣ ਚਸਾਉਂਦੇ ਹੁੰਦੇ। ਪੈਰਾਂ ਦੀਆਂ ਤਲੀਆਂ ਤੇ ਸਿਰ ਦਾ ਕਨੈਕਸ਼ਨ ਇੱਕ ਹੈ। ਜੋ ਤਲੀਆਂ ਵਿੱਚ ਚਸੋਲ ਕੇ ਉਹ 10ਵੇਂ ਦੁਆਰ ਪਹੁੰਚੇਗਾ। ਇਉਂ ਤਲੀਆਂ ਦੇ ਵਿੱਚ ਠੰਡ ਹੋਣੀ ਚਾਹੀਦੀ ਹੈ, ਤਾਂ ਹੀ ਦਿਮਾਗ ਤਰੋਤਾਜ਼ਾ ਰਹਿੰਦਾ ਹੈ। ਤੇ ਜੇ ਦਿਮਾਗ ਖੁਸ਼ਕ ਹੋ ਗਿਆ ਤਾਂ ਬੰਦਾ ਵੀ ਗਿਆ। ਇਸ ਲਈ ਆਪਦੇ ਸਿਰ ਦਾ, ਆਪਦੇ ਦਿਲ ਔਰ ਦਿਮਾਗ ਦਾ ਖਿਆਲ ਰੱਖਣਾ ਇਹ ਗੁਰਮਤਿ ਹੈ। ਮਹਾਰਾਜ ਨੇ ਕਿਹਾ 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਤੋ ਇੰਜ ਕਿਸੇ ਦੇ ਸਾਹਮਣੇ ਵਾਲ ਖਿਲਾਰਨਾ, ਸਿਰ ਨੰਗਾ ਕਰਨਾ, ਇਹ ਬਿਲਕੁਲ ਵਿਵਰਜਿਤ ਹੈ।
ਕਿਉਂਕਿ ਸੋ ਮੱਥੇ ਦੇ ਲੇਖ ਨਾ ਬੜੇ ਜਾਣ। ਇੰਜ ਸਾਧ ਸੰਗਤ ਜੀ ਉਹ ਜਿਹੜਾ ਚੰਦਰਹਾਸ ਸੀਗਾ ਉਹਦੇ ਮੱਥੇ ਦੇ ਲੇਖ ਪੜ੍ਹ ਲਏ। ਜਿਹੜੇ ਵਿਦਵਾਨ ਸੀਗੇ ਜਿਨ੍ਹਾਂ ਜੋਸ਼ ਪੜ੍ਹਿਆ ਹੋਇਆ ਸੀ ਉਹਨਾਂ ਨੇ ਤੇ ਤ੍ਰਿਕਾਲਦਰਸ਼ੀ ਮਹਾਤਮਾ ਨੇ। ਤੇ ਜਿਸ ਵਕਤ ਉਹਨਾਂ ਲੇਖ ਪੜ੍ਹੇ ਤੇ ਮਹਾਤਮਾ ਹੱਸ ਪਏ ਵੀ ਵੇਖੋ ਇੱਕ ਭੁੱਖਾ ਨੰਗਾ ਸਾਧਾਂ ਦੇ ਨਾਲ ਆਇਆ ਇੱਕ ਛੋਟਾ ਜਿਹਾ ਬੱਚਾ 5 ਸਾਲ ਦਾ, ਇਹਦੇ ਕਰਮਾਂ 'ਚ ਰੱਬ ਨੇ ਵੇਖੋ ਕੀ ਲਿਖ ਦਿੱਤਾ। ਜਦ ਤ੍ਰਿਕਾਲਦਰਸ਼ੀ ਮਹਾਤਮਾ ਹੱਸ ਪਏ ਤਾਂ ਰਾਜੇ ਧ੍ਰਿਸ਼ਟਬੁੱਧੀ ਨੂੰ ਮਹਾਤਮਾ ਦੇ ਹੱਸਣ ਦੀ ਬੜੀ ਹੈਰਾਨਗੀ ਹੋਈ, ਜੋ ਨਾਲ ਦੀ ਪੰਗਤ 'ਚ ਭੋਜਨ ਵਰਤਾ ਰਿਹਾ ਸੀ। ਜਦ ਸਾਰਿਆਂ ਨੇ ਭੋਜਨ ਛਕ ਲਿਆ ਤਦ ਰਾਜੇ ਧ੍ਰਿਸ਼ਟਬੁੱਧੀ ਨੇ ਹੱਸਣ ਦਾ ਕਾਰਨ ਪੁੱਛਦਿਆਂ ਗਿਆ ਕਿ ਕੀ ਭੋਜਨ ਵਰਤਾਉਣ ਜਾਂ ਤਿਆਰ ਕਰਨ ਵਿੱਚ ਕੋਈ ਹੋਣਤਾਈ ਰਹਿ ਗਈ ਹੈ। ਮਹਾਤਮਾ ਜਨ ਕਹਿਣ ਲੱਗੇ, ਹੀ ਰਾਜਨ, ਆਪ ਜੀ ਨੇ ਬਹੁਤ ਚੰਗਾ ਭੋਜਨ ਤਿਆਰ ਕਰਵਾ ਕੇ ਵਰਤਾਇਆ। ਫਿਰ ਰਾਜੇ ਨੇ ਦੁਬਾਰਾ ਪੁੱਛਿਆ ਵੀ ਤੁਸੀਂ ਫਿਰ ਹੱਸੇ ਕਿਉਂ। ਮਹਾਤਮਾ ਨੇ ਕਿਹਾ, ਰਾਜਨ ਅਸੀਂ ਤਾਂ ਸੁਤੇ ਸਿੱਧੀ ਹੱਸ ਪਏ। ਕਹਿੰਦੇ ਨਹੀਂ, ਤੁਹਾਡਾ ਹੱਸਣਾ ਸੁਤੇ ਨਹੀਂ ਹੈ, ਕਿਸੇ ਕਾਰਨ ਹੀ ਹੋਇਆ ਹੈ। ਜਦ ਰਾਜੇ ਧ੍ਰਿਸ਼ਟਬੁੱਧੀ ਨੇ ਬਹੁਤ ਜਿੱਦ ਕੀਤੀ ਤਾਂ ਮਹਾਤਮਾ ਜਨ ਕਹਿਣ ਲੱਗੇ, ਉਹ ਬੱਚਾ ਵੇਖਿਆ ਹੀ ਹੋ, ਉਹ ਵੇਖ ਨੀਝ ਲਾ ਕੇ ਤੱਕ ਉਸ ਬੱਚੇ ਨੂੰ ਕਿੰਨਾ ਉਹਦਾ ਚਿਹਰਾ ਚਮਕ ਰਿਹਾ। ਉਸ ਬਾਲਕ ਦੀ ਕਿਸਮਤ ਪੜ੍ਹ ਕੇ ਅਸੀਂ ਹੱਸੇ ਹਾਂ। ਇੱਕ ਬ੍ਰਹਮ ਗਿਆਨੀਆਂ ਦੇ ਮੈਂ ਦਰਸ਼ਨ ਕੀਤੇ। ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਜੀ ਆਪਦੇ ਸਿਰ 'ਚ ਤੇਲ ਨਹੀਂ ਸੀ ਲਵਾਉਂਦੇ ਹੁੰਦੇ ਕਿਸੇ ਦੇ ਕੋਲੋਂ, ਬਾਕੀ ਸਾਰੀ ਮਾਲਿਸ਼ ਆਪਾਂ ਕਰਨੀ ਪਰ ਸਿਰ ਨੂੰ ਹੱਥ ਨਹੀਂ ਲਾਉਣ ਦੇਣਾ। ਜਿਹੜੇ ਸਿੰਘ ਲਾਉਂਦੇ ਉਹਨਾਂ ਸੁੱਤੇ ਪਿਆ ਸੰਤਾਂ ਦਾ ਸਿਰ ਮੈਨੂੰ ਦਿਖਾਇਆ, ਇਹਨਾਂ ਉਂਗਲ ਲਾ ਕੇ ਵੇਖ। ਮੈਂ ਵੇਖਿਆ ਸੱਚਮੁੱਚ ਜਿਸ ਤਰ੍ਹਾਂ ਜੰਮਦੇ ਬੱਚੇ ਦਾ ਤਾਲੂਆ ਪੋਲਾ ਹੁੰਦਾ, ਜੰਮਦੇ ਬੱਚੇ ਨੂੰ ਬ੍ਰਹਮ ਗਿਆਨ ਹੁੰਦਾ ਹੈ। ਜਦ ਇਸ ਭਾਂਡਾ ਦਾ ਜੰਮਿਆ ਪਰਿਵਾਰ ਭਲਾ ਪਾਇਆ, ਫਿਰ ਲਿਵ ਛੁੱਟ ਕੇ ਉਹ ਲਿਵ ਟੁੱਟ ਜਾਂਦੀ ਹੈ, ਲੱਗੀ ਤ੍ਰਿਸ਼ਨਾ ਆ ਕੇ ਚੰਬੜ ਜਾਂਦੀ ਹੈ, ਮਾਇਆ ਅਮਰ ਵਰਤਾਇਆ। ਉਹ ਵਿਚਕਾਰੋਂ ਪੈਸਾ ਭਰ ਸਿਰ ਬਾਬਾ ਜੀ ਦਾ ਪੋਲਾ ਸੀਗਾ, ਵਿੱਚੋਂ ਉਂਗਲ ਖੁੱਬਦੀ ਸੀ ਵਿੱਚ, ਜਿਸ ਤਰ੍ਹਾਂ ਕੋਈ ਹੱਡੀ ਨਹੀਂ ਹੁੰਦੀ, ਤੇ ਇਹ ਮਾਸ ਵਿੱਚੋਂ ਨਰਮ ਸੀਗਾ। ਜਿਹਦਾ ਖੁੱਲਿਆ ਹੋਵੇ ਛੇਕ ਤਾਂ ਭਾਵੇਂ 100ਵੇਂ ਹਿੱਸੇ ਨਾਲੋਂ ਵੀ ਵਾਲ ਨਾਲੋਂ ਬਰੀਕ ਹੁੰਦਾ, ਦੇਖਦਾ ਨਹੀਂ, ਤੇ ਉਹ ਅਨੁਭਵ ਤਾਂ ਉਹਨਾਂ ਨੂੰ ਹੀ ਹੁੰਦਾ, ਤੇ ਪਰ ਆਮ ਨਾਲੋਂ ਫਰਕ ਹੁੰਦਾ। ਇੰਜ ਇੱਕ ਹੋਰ ਬ੍ਰਹਮ ਗਿਆਨੀਆਂ ਦੇ ਦਰਸ਼ਨ ਹੋਏ। ਉਹਨਾਂ ਮੈਨੂੰ ਵੈਸੇ ਹੀ ਆ ਕਥਾ ਤੋਂ ਬਾਅਦ ਕਥਾ ਸੁਣਨ ਆਉਣਾ ਤੇ ਆ ਕੇ ਆਸਣ ਦੇ ਕਹਿਣ ਲੱਗੇ ਵੀ ਅੰਮ੍ਰਿਤ ਵੇਲੇ ਦੇ ਉੱਠੇ ਆ ਤੇ ਵਾਹਿਗੁਰੂ ਦੀ ਇੰਨੀ ਕਿਰਪਾ ਹੈ ਵੀ ਵਾਹਿਗੁਰੂ ਵਾਹਿਗੁਰੂ ਗੁਰ ਮੰਤਰ ਬਹੁਤ ਤੇਜ਼ ਚੱਲ ਰਿਹਾ। ਤੇ ਮੈਂ ਉਹਨਾਂ ਨੂੰ ਜਾਣ ਕੇ ਹਾਸੇ ਨਾਲ ਬਚਨ ਕੀਤਾ। ਮੈਂ ਕਿਹਾ ਤੁਸੀਂ ਝੂਠ ਬੋਲਦੇ ਹੋ। ਕਹਿੰਦੇ ਨਹੀਂ। ਮੈਂ ਕਿਹਾ ਝੂਠ ਬੋਲਾਂਗਾ, ਮੈਂ ਕੋਈ ਲੈਣਾ ਥੋੜੋ ਤੇਰੇ ਤੋਂ। ਫਿਰ ਮੈਂ ਕਿਹਾ ਵੀ ਮੈਨੂੰ ਯਕੀਨ ਕਰਾਓ ਵੀ ਜਾਣਦਾ ਮੈਨੂੰ ਸੁਣੇ। ਕਹਿੰਦੇ ਸੁਣ ਲਾ। ਉਹਨਾਂ ਸੁਣਾਇਆ। ਫਿਰ ਕਹਿੰਦੇ ਵੀ ਯਕੀਨ ਆਇਆ ਕਿ ਨਹੀਂ ਆਇਆ। ਮੈਂ ਕਿਹਾ ਵੀ ਆਵਾਜ਼ ਤਾਂ ਤੁਹਾਡੀ ਸੀਗੀ, ਜਦੋਂ ਮੇਰਾ ਠਾਂ ਧਿਆਨ ਹੁੰਦਾ ਉਹ ਮੈਂ ਮਖੌਲ ਕੀਤਾ। ਕਿਉਂਕਿ ਜਿਹੜੀ ਸਾਡੀ ਕਲਾਸ ਹੈ ਉਹ ਤਰਕਸ਼ੀਲ ਹੈ, ਆਪਾਂ ਆਮ ਕਿਸੇ ਨੂੰ ਐਰੇ ਗੈਰੇ ਨੂੰ ਐਡੀ ਜਲਦੀ ਨਹੀਂ ਮੰਨੀਦਾ। ਉਹ ਜਾਣ ਕੇ ਮੈਂ ਪਰਖਣ ਲਈ ਮੈਂ ਕਿਹਾ ਠਾਂ ਮੇਰਾ ਧਿਆਨ, ਮੈਨੂੰ ਕੀ ਪਤਾ ਵੀ ਤੁਸੀਂ ਬੋਲਦੇ ਹੋ ਜਾਂ ਆਵਾਜ਼ ਆਉਂਦੀ ਹੈ। ਤਾਂ ਵੇਖਿਆ ਤੇ ਕੰਨ ਪਰਾਂ ਹੋ ਗਿਆ ਤੇ ਉਹਦੇ ਮੈਂ ਆਵਾਜ਼ ਆਉਂਦੀ ਨਹੀਂ ਤੇ ਬੋਲਦੇ ਤਾਂ ਤੁਸੀਂ ਹੋਈ ਹੋ। ਜਦ ਉਹਨੇ ਬੋਲਿਆ ਗੱਲਾਂ ਬਾਤਾਂ ਤਾਂ ਵਾਹਿਗੁਰੂ ਆਖਿਆ, ਜਦ ਆਵਾਜ਼ ਸੁਣੀ ਤਾਂ ਸਿਆਰੀ ਨਾ ਸੁਣੀ। ਮੈਂ ਹੈਰਾਨ ਹੋ ਗਿਆ। ਬੰਦਾ ਸੀ ਅਨਪੜ੍ਹ, ਪੜ੍ਹਿਆ ਇੱਕ ਅੱਖਰ ਨਹੀਂ। ਜਿਸ ਤਰ੍ਹਾਂ ਅਨਪੜ੍ਹ ਕਾਰ ਸੇਵਾ ਵਾਲੇ ਮਹਾਂਪੁਰਖ ਪ੍ਰਸ਼ਾਦਾ ਵਾਹਿਗੁਰੂ, ਦਾਲ ਵਾਹਿਗੁਰੂ, ਜਲ ਵਾਹਿਗੁਰੂ, ਉਹ ਵਾਹਿਗੁਰੂ ਕਹਿੰਦੇ ਨੇ। ਇਸ ਤਰ੍ਹਾਂ ਜਦ ਗੱਲਾਂ ਕਰੇ ਤਾਂ ਵਾਹਿਗੁਰੂ ਵਾਹਿਗੁਰੂ ਬੋਲੇ, ਤੇ ਜਦ ਆਵਾਜ਼ ਸੁਣਾਏ ਤਾਂ ਸਿਆਰੀ ਨਾਲ, ਜਿਸ ਤਰ੍ਹਾਂ ਉਹਦੀ ਆਪ ਦੀ ਆਵਾਜ਼ ਹੁੰਦੀ ਤੇ ਬਹੁਤ ਤੇਜ਼।
ਕਹਿੰਦਾ ਉਰਾ। ਮੈਂ ਕਿਹਾ ਦੱਸੋ। ਉਹਨੇ ਆਪ ਦੀ ਦਸਤਾਰ ਉੱਪਰ ਨੂੰ ਚੁੱਕੀ, ਕਹਿੰਦਾ ਵੇਖਿਆ। ਮੈਂ ਕਿਹਾ ਜੀ ਹਾਂ। ਜਿਸ ਤਰ੍ਹਾਂ ਪੱਗ ਬੰਨਣ ਤੋਂ ਪੱਗ ਦੇ ਨਿਸ਼ਾਨ ਮੱਥੇ ਉੱਪਰ ਪੈ ਜਾਂਦੇ ਨੇ ਤੇ ਉਨੀ ਜਗ੍ਹਾ ਤੇ ਮਾਸ ਦਾ ਰੰਗ ਹੋਰ ਰਹਿ ਜਾਂਦਾ, ਜਿੱਥੇ ਧੁੱਪ ਲੱਗਦੀ ਹੈ ਉਨੀ ਜਗ੍ਹਾ ਤੇ ਮਾਸ ਦਾ ਰੰਗ ਕਾਲਾ ਹੋ ਜਾਂਦਾ। ਆ ਪੈਰੀਂ ਜੁੱਤੀ ਪਾਉਣ ਤੋਂ ਵੀ ਜੁੱਤੀ ਦੇ ਨਿਸ਼ਾਨ ਧੁੱਪ ਦੇ ਵਿੱਚ ਛਪ ਜਾਂਦੇ ਨੇ। ਜਿਹੜੀ ਚਮੜੀ ਤੇ ਧੁੱਪ ਲੱਗਦੀ ਹੈ ਉਹ 'ਤੇ ਚਮੜੀ ਹੋਰ ਤਰ੍ਹਾਂ ਦੀ ਹੁੰਦੀ, ਉਸ ਟੈਪ ਵਾਲੀ ਜਗ੍ਹਾ ਤੇ ਹੋਰ ਤਰ੍ਹਾਂ ਦੀ। ਮੱਥੇ ਤੇ ਵੀ ਇਸ ਤਰ੍ਹਾਂ, ਜਿੱਥੇ ਮੱਥਾ ਢੱਕਿਆ ਰਹੇ ਉੱਥੇ ਰੰਗ ਹੋਰ ਤਰ੍ਹਾਂ ਦਾ, ਜਿੱਥੇ ਨਹੀਂ ਢੱਕਿਆ ਰਹਿੰਦਾ ਉੱਥੇ ਰੰਗ ਹੋਰ ਤਰ੍ਹਾਂ ਦਾ। ਬਿਲਕੁਲ ਐਨ ਇਸੇ ਤਰ੍ਹਾਂ ਹੀ ਢੱਕਿਆ ਹੋਇਆ ਮੱਥਾ ਉਹਨਾਂ ਨੇ ਦਸਤਾਰ ਉੱਪਰ ਨੂੰ ਕਰਕੇ ਦਿਖਾਇਆ, ਜਿਸ ਤਰ੍ਹਾਂ ਮਾਈਆਂ ਟਿੱਕਾ ਲਾਉਂਦੀਆਂ ਤਰ੍ਹਾਂ ਗੋਲ ਸਰਕਲ ਦੇ ਵਿੱਚ ਉਹਨਾਂ ਦਾ ਮੱਥਾ ਚਿੱਟਾ, ਗੋਰੀ ਚਿੱਟੀ ਚਮੜੀ, ਦੂਜੀ ਕਣਕ ਬੰਨੀ ਤੇ ਉਹਨਾਂ ਕ ਸਰਕਲ ਚਿੱਟਾ। ਕਹਿੰਦੇ ਵੇਖਿਆ ਇਹ ਸੱਚਖੰਡ ਧੁਰ ਦਰਗਾਹ ਤੋਂ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚੋਂ ਸਿਰੋਂ ਪਾਉ ਮਿਲਿਆ ਹੈ। ਗੱਜ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ। ਗੁਰਦੁਆਰੇ ਦਾ ਸਰੋਪਾ ਤਾਂ ਕੱਪੜੇ ਦਾ ਹੁੰਦਾ ਤੇ 2-4 ਧੋ ਪੈਣ ਤੋਂ ਰੰਗ ਫੇਡ ਹੋ ਜਾਂਦਾ, ਪਰ ਇਹ ਜਿਹੜਾ ਸਰੋਪਾ ਮਿਲਿਆ ਸੱਚਖੰਡ ਪਰਮਾਤਮਾ ਤੋਂ, ਇਹ ਮਹਾਰਾਜ ਦਾ ਅਸਲੀ ਸਰੋਪਾ ਹੈ, ਜਿਹੜਾ ਧੁੱਪਣ ਤੋਂ ਬਾਅਦ ਰੰਗ ਨਹੀਂ ਲੈਂਦਾ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਹੀ ਨਾ ਲਾਗੇ ਦਾਗਾ। ਇਹ ਸੱਚਖੰਡ ਜਦ ਮਹਾਰਾਜ ਦੇ ਦਰਸ਼ਨ ਹੋਏ, ਉਹਨਾਂ ਗਲ 'ਚ ਸਿਰੋਂ ਪਾਉ ਪਾਇਆ। ਪਹਿਰ ਸਿਰ ਪਾਓ ਸੇਵਕ ਜਨ ਮੇਲੇ, ਜਨ ਨਾਨਕ ਪ੍ਰਗਟ ਪਹਾਰੀ। ਮੱਥੇ ਤੇ ਹੱਥ ਰੱਖਿਆ। ਇਹ ਹਾਰ ਸ਼ਿੰਗਾਰ ਜਿਸ ਤਰ੍ਹਾਂ ਮਾਈਆਂ ਟਿੱਕਾ ਲਾਉਂਦੀਆਂ, ਇਸ ਤਰ੍ਹਾਂ ਪ੍ਰਭੂ ਪਤੀ ਦੀ ਮੈਨੂੰ ਪ੍ਰਾਪਤੀ ਹੋਈ ਹੈ ਤੇ ਬਾਹਰੀ ਟਿੱਕਾ ਲਾਉਣ ਦੀ ਤਰ੍ਹਾਂ ਹੀ ਮਹਾਰਾਜ ਦਾ ਪੱਕਾ ਹੀ ਟਿੱਕਾ ਲੱਗ ਗਿਆ ਮੱਥੇ ਤੇ। ਰੱਬ ਦੀ ਪ੍ਰਾਪਤੀ ਦਰਸ਼ਨਾਂ ਦੀ ਨਿਸ਼ਾਨੀ ਹੈ। ਧੁਰ ਦਰਗਾਹ ਤੋਂ ਲੈ ਕੇ ਆਇਆ ਤੇ ਹੈ ਚਿੱਟੇ ਅਨਪੜ੍ਹ, ਪਾਠ ਨਹੀਂ ਕਰਨਾ ਆਉਂਦਾ, ਖੇਤੀ ਕਰਕੇ ਗੁਜ਼ਾਰਾ ਕਰਦੇ, ਕੋਈ ਪੂਜਾ ਨਹੀਂ, ਕੋਈ ਮੱਥਾ ਨਹੀਂ ਟਿਕਾਉਣਾ, ਕਿਤੇ ਆਸਣ ਨਹੀਂ, ਕੋਈ ਗੁਰਦੁਆਰਾ ਨਹੀਂ, ਕੋਈ ਮਸੀਤ ਨਹੀਂ, ਕੋਈ ਮੰਦਰ ਨਹੀਂ, ਕੋਈ ਕਬਰ ਤੇ ਆਸਣ ਨਹੀਂ। ਆਪਦੇ ਘਰ ਬੱਚਿਆਂ 'ਚ ਆਮ ਨਾਰਮਲ ਸਾਡੇ ਵਰਗਾ ਜੀਵਨ। ਮੱਝਾਂ ਗਾਵਾਂ ਰੱਖੀਆਂ, ਚੜ੍ਹਦੀ ਕੜਾ, ਗੋਭੀ ਵੇਚ ਕੇ ਮੰਡੀ ਤੇ ਜਿਹੜਾ ਤਿਲ ਫਲਾਉਣਾ ਉਹਦੇ ਨਾਲ ਆਪਦੇ ਬੱਚੇ ਪਾਲਣੇ। ਇਸ ਤਰ੍ਹਾਂ ਦਾ ਜੱਟਾਂ ਵਾਲਾ ਜੀਵਨ। ਆਮ ਭੋਲੇ ਭਾਲੇ ਕਿਰਸਾਨ ਵੇਖਣ ਨੂੰ ਐ ਜੱਟ ਸਾਧ, ਟੇਢੀ ਜੀ ਪੱਗ ਤੇ ਪਜਾਮਾ ਕੁੜਤਾ ਪੁਰਾਣਾ ਜਿਹਾ, ਉਤੋਂ ਗਾਤਰਾ ਪਾਇਆ। ਰੱਬ ਰੱਬ ਮੈਂ ਵੇਖ ਕੇ ਹੈਰਾਨ ਰਹਿ ਗਿਆ। ਬਾਣੀ ਦੀ ਪੰਕਤੀ ਯਾਦ ਆਈ। ਮਹਾਰਾਜ ਨੇ ਆਖਿਆ ਜਨ ਅੰਦਰ ਨਾਮ ਨਿਦਾਨ ਹੈ, ਗੁਰ ਬਾਣੀ ਵਿਚਾਰ, ਤਿਨ ਕੇ ਮੁਖ ਸਦ ਉਜਲੇ, ਤਿਤ ਸੱਚਾ ਦਰਬਾਰ। ਤਿਨ ਮੁਖ ਟਿੱਕੇ ਨਿਕਲੇ, ਜਿਨ ਮਨ ਸੱਚਾ ਨਾਉ ਜੀਓ। ਜਿਨ੍ਹਾਂ ਦੇ ਮਨ ਵਿੱਚ, ਜਿਨ੍ਹਾਂ ਦੇ ਅੰਤःਕਰਨ ਵਿੱਚ ਵਾਹਿਗੁਰੂ ਜੀ ਦਾ ਸੱਚਾ ਨਾਮ ਵਸਿਆ, ਉਹਨਾਂ ਦੇ ਮੁਖ ਅੰਤःਕਰਨ ਉਜਲ ਹੁੰਦੇ ਨੇ, ਜਾਂ ਪ੍ਰਤੱਖ ਮੱਥਿਆਂ ਦੇ ਉੱਪਰ ਟਿੱਕੇ ਨਿਕਲਦੇ ਨੇ। ਜਿਨੀ ਨਾਮ ਦੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾ। ਉਹਦੇ ਕਰਮਾਂ 'ਚ ਕੀ ਲਿਖਿਆ ਸੀ, ਕੀ ਸੰਤਾਂ ਨੇ ਪੜ੍ਹਿਆ ਤੇ ਕੀ ਪ੍ਰਗਟ ਕਰਕੇ ਸੁਣਾਇਆ। ਸਾਖੀ ਉਜਲ ਮੇਰੀ ਹੈ, ਕਾਲ ਕਰਨ ਨੂੰ ਮੇਰਾ ਜੀ ਨਹੀਂ ਕੀਤਾ, ਕਿਉਂਕਿ ਆਪਾਂ ਤਾਂ ਰੋਜ਼ ਰੋਜ਼ ਇੱਥੇ ਬੈਠ ਕੇ ਕਥਾ ਕਰਨੀ ਤੇ ਤੁਸੀਂ ਵੀ ਸੁਣਨੀ ਹੈ। ਤੇ ਬਸ ਹੁਣ ਇੱਥੇ ਸਮਾਪਤੀ ਕਰਦੇ ਹਾਂ। ਬਹੁਤਾ ਸਮਾਂ ਉੱਚਾ ਨਾ ਹੋ ਜਾਏ। ਇਹ ਨਹੀਂ ਕਥਾ ਪ੍ਰਵਾਨ ਕਰਨੀ। ਸਾਖੀ ਇੱਥੋਂ ਹੀ ਜਿੱਥੋਂ ਛੱਡੀ ਉੱਥੋਂ ਹੀ ਸ਼ੁਰੂ ਕਰਾਂਗੇ। ਬਾਕੀ ਪਾਣੀ ਦੀਆਂ ਪੰਕਤੀਆਂ ਜਿਹੜੀਆਂ 2-4 ਰਹਿੰਦੀਆਂ ਉਹਨੂੰ ਆਪ ਜੀ ਸਰਵਣ ਕਰੋ ਤੇ ਸਮਾਪਤੀ ਕਰਦੇ ਹਾਂ ਜੀ। ਪ੍ਰਭ ਕਉ ਜਨ ਅੰਤਰ ਰਿਦ ਲੋਚੈ, ਪ੍ਰਭ ਜਨ ਕੇ ਸਾਸ ਨਿਹਾਰੇ। ਕਿਰਪਾ ਕਿਰਪਾ ਕਰ ਭਗਤ ਦ੍ਰਿੜਾਏ, ਜਨ ਪੀਛੈ ਜਗ ਨਿਸਤਾਰੇ। ਆਪਨੇ ਆਪ ਆਪ ਪ੍ਰਭ ਠਾਕੁਰ, ਪ੍ਰਭ ਆਪੇ ਸ੍ਰਿਸ਼ਟ ਸਵਾਰੇ। ਜਨ ਨਾਨਕ ਆਪੇ ਆਪ ਸਭ ਵਰਤੈ, ਕਰ ਕਿਰਪਾ ਆਪ ਨਿਸਤਾਰੇ। ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।